ਸੋ ਕਿਉਂ ਨਾ ਆਪਾਂ ਚੱਲੀਏ ਕੈਲੀਫੋਰਨੀਆ ਨੂੰ, ਬਾਕੀ ਦੀ ਗੱਲ ਅਸੀਂ ਚੱਲਦੇ ਹਾਂ ਆਪਾਂ ਸਰਬਜੀਤ ਸਿੰਘ ਸੈਕਰਾਮੈਂਟੋ ਉਡੀਕ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਜੀ ਆਇਆਂ ਨੂੰ ਜੀ ਤੁਹਾਨੂੰ ਸਾਂਝਾ ਟੀਵੀ ਤੇ ਸਾਡੇ ਵੱਲੋਂ ਤੁਹਾਨੂੰ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੀਵਾਲੀ ਦੀਆਂ ਦੁਨੀਆ ਭਰ ਦੇ ਵਿੱਚ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ। ਤੁਹਾਨੂੰ ਵੀ ਦੀਵਾਲੀ ਦੀਆਂ ਤੇ ਸਮੂਹ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਅੱਜ ਦਾ ਦਿਨ ਅੱਜ 13 ਤਰੀਕ ਹੈ ਤੇ ਉੱਥੇ 14 ਹੋ ਗਈ ਹੈ, ਕਿਉਂਕਿ ਦੀਵਾਲੀ ਦਾ ਮੌਕਾ ਆ ਗਿਆ ਤੇ ਕੱਲ੍ਹ ਵੀਕਐਂਡ ਹੈ ਜੀ। ਇਹਦੇ ਬਾਰੇ ਮੈਂ ਥੋੜ੍ਹਾ ਜਿਹਾ ਜਾਣਨਾ ਚਾਹੁੰਦਾ, ਦੀਵਾਲੀ ਦਾ ਇਤਿਹਾਸ ਕੀ ਹੈ ਇੱਕ ਹਿਸਟੋਰੀਅਨ ਹੋਣ ਦੇ ਨਾਤੇ। ਇੱਕ ਕਿਉਂਕਿ ਪੂਰੇ ਸੰਸਾਰ ਦੇ ਵਿੱਚ ਸਿੱਖਾਂ ਦੇ ਲਈ ਜਿਹੜਾ ਕੈਲੰਡਰ ਹੈ ਉਹਦਾ ਬੜੀ ਮਹੱਤਤਾ ਸੀ। ਕੈਲੰਡਰ ਮੁਤਾਬਕ ਹੀ ਇਹ ਦਿਨ ਤਿਉਹਾਰ ਮਨਾਉਂਦੇ ਹਾਂ। ਸੋ ਉਸ ਮੁਤਾਬਕ ਮੈਂ ਜਾਣਨਾ ਚਾਹੁੰਦਾ ਕਿ ਦੀਵਾਲੀ ਦਾ ਤਿਉਹਾਰ ਕਦੋਂ ਤੋਂ ਮਨਾਇਆ ਜਾਣ ਲੱਗਾ ਤੇ ਇਹਦਾ ਬੈਕਗਰਾਉਂਡ ਕੀ ਹੈ, ਇਤਿਹਾਸ ਬਾਰੇ ਮੈਂ ਜਾਣਨਾ ਚਾਹੁੰਦਾ ਤੁਹਾਡੇ ਤੋਂ। ਹਾਂਜੀ, ਸਭ ਤੋਂ ਪਹਿਲਾਂ ਤਾਂ ਉਹਨਾਂ ਸਾਰੇ ਸੱਜਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਇਹਦੇ ਵਿੱਚ ਵਿਸ਼ਵਾਸ ਰੱਖਦੇ ਆ ਔਰ ਮਨਾਉਂਦੇ ਆ ਜੀ। ਤੇ ਅੱਜ ਇਹਦੇ ਨਾਲ ਦੀ ਨਾਲ 13 ਨਵੰਬਰ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਵੀ ਹੈਗਾ, ਉਹ ਵੀ ਅੱਜ ਦੇ ਦਿਨ ਹੈਗਾ। ਉਸ ਦੀਆਂ ਵੀ ਸਾਰਿਆਂ ਨੂੰ ਮੁਬਾਰਕਾਂ। ਤੇ ਜਿਹੜਾ ਅੱਜ ਆਪਣਾ ਵਿਸ਼ਾ ਹੈਗਾ ਆ, ਇਹ ਦੋ ਗੱਲਾਂ ਇਕੱਠੀਆਂ ਹੋ ਜਾਂਦੀਆਂ ਆ। ਇੱਕ ਦੀਵਾਲੀ ਹੋਰ ਚੀਜ਼ ਹੈ, ਬੰਦੀ ਛੋੜ ਦਿਵਸ ਹੋਰ ਚੀਜ਼ ਹੈ ਜੀ। ਪਰ ਉਹ ਦੋਨੇ ਹੀ ਇਕੱਠੇ ਹੋ ਗਏ। ਕਿਵੇਂ ਇਕੱਠੇ ਹੋ ਗਏ, ਕਿਉਂ ਇਕੱਠੇ ਹੋ ਗਏ, ਇਹਦੇ ਵਾਸਤੇ ਆਪਾਂ ਜਿੰਨਾ ਸਮਾਂ ਹੋਇਆ ਰਲ ਮਿਲ ਕੇ ਵਿਚਾਰ ਕਰਾਂਗੇ ਜੀ ਜੀ। ਜਿੱਥੋਂ ਤੱਕ ਦੀਵਾਲੀ ਦਾ ਸੰਬੰਧ ਹੈਗਾ ਆ, ਇਹ ਕਦੋਂ ਆਰੰਭ ਹੋਈ ਆ ਇਹਦੇ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ ਹੈਗੀ ਸਾਨੂੰ ਜੀ। ਪਰ ਜਿਹੜੀਆਂ ਰਵਾਇਤਾਂ ਨੇ ਸਮਾਜ ਦੇ ਵਿੱਚ, ਜਿਹੜੇ ਸਮਾਜ ਚੋਂ ਆਪਾਂ ਆਏ ਆ, ਉੱਥੇ ਜੇ ਬਹੁਤ ਪਿੱਛੇ ਨਾਮ ਵੀ ਜਾਈਏ ਤੇ ਮੈਂ ਕਹਿੰਦਾ ਜਦੋਂ ਤੁਹਾਡਾ ਸਾਡਾ ਬਚਪਨ ਸੀਗਾ, ਆਪਾਂ ਸਾਰੇ ਉੱਥੋਂ ਆਏ ਆ ਜੀ ਜੀ। ਉਦੋਂ ਵੀ ਆਪਣੇ ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ ਆਂਢ ਗੁਆਂਢ ਹਿੰਦੂ ਭਾਈਚਾਰਾ ਆ, ਕੋਈ ਜਾਂ ਦੁਕਾਨਦਾਰ ਹੈ ਜਾਂ ਕਰਿਆਨੇ ਦੀ ਦੁਕਾਨ ਕਰਦਾ ਆ ਜਾਂ ਕੋਈ ਹੋਰ ਆ ਮਨਿਆਰੀ ਦੀ ਕਰਦਾ, ਉਹਨਾਂ ਦਾ ਘਰਾਂ 'ਚ ਆਉਣ ਜਾਣ, ਇਕੱਠੇ ਸਾਰੇ ਪੜ੍ਹਦੇ ਸੀਗੇ। ਤੇ ਕੋਈ ਏਦਾਂ ਦਾ ਕੋਈ ਮਤਭੇਦ ਨਹੀਂ ਸੀ ਹੁੰਦਾ ਵੀ ਇਹ ਹਿੰਦੂਆਂ ਦਾ ਦਿਨ ਆ ਗਿਆ ਕਿ ਇਹ ਸਿੱਖਾਂ ਦਾ ਆ ਗਿਆ, ਜਾਂ ਇਹ ਦੁਸਹਿਰਾ ਆ ਗਿਆ, ਜਾਂ ਦੀਵਾਲੀ ਆ ਗਈ, ਜਾਂ ਗੁਰਪੁਰਬ ਆ ਗਿਆ ਜੀ। ਉਹ ਭਾਈਚਾਰਕ ਸਾਂਝ ਜਿਹੜੀ ਸਦੀਆਂ ਤੋਂ ਸਾਡੀ ਬਣੀ ਆਈ ਆ ਤੇ ਬਣੀ ਰਹੀ ਆ, ਤੇ ਅੱਗੇ ਵੀ ਆਸ ਕਰਦੇ ਆ ਕਿ ਬਣੀ ਰਹੇ। ਪਰ ਹੁਣ ਜਿੱਦਾਂ ਦੇ ਹਾਲਾਤ ਪੈਦਾ ਹੋ ਰਹੇ ਆ, ਖੈਰ ਉਹ ਸਾਡਾ ਵਿਸ਼ਾ ਨਹੀਂ ਜੀ। ਇਸੇ ਤਰ੍ਹਾਂ ਹੀ ਜਿਹੜੀ ਦੀਵਾਲੀ ਆ, ਦੁਸਹਿਰਾ ਆ, ਲੋਹੜੀ ਆ, ਹੋਲੀ ਆ, ਇਹ ਜਿਹੜੇ ਤਿਉਹਾਰ ਨੇ ਇਹ ਸਦੀਆਂ ਤੋਂ ਸਾਡੇ ਸਮਾਜ ਦੇ ਵਿੱਚ ਮਨਾਏ ਜਾਂਦੇ ਰਹੇ ਆ ਸਾਂਝੇ ਤੌਰ ਤੇ। ਔਰ ਉਸ ਵੇਲੇ ਕੋਈ ਹੋਰ ਸਾਧਨ ਹੀ ਨਹੀਂ ਸੀ ਹੁੰਦਾ ਮਨੋਰੰਜਨ ਦਾ ਜਾਂ ਕਿਸੇ ਚਾਅ ਮਲਹਾਰ ਦਾ। ਪਰ ਜਦੋਂ ਅਸੀਂ ਥੋੜਾ ਜਿਹਾ ਇਹਨਾਂ ਤਿਉਹਾਰਾਂ ਦੇ ਬਾਰੇ ਵੀ ਦੇਖਦੇ ਹਾਂ ਤੇ ਇਹਨਾਂ ਦੇ ਵਿੱਚ ਵੀ ਬਖਰੇਵਾਂ ਹੈਗਾ ਆ, ਜਿਹਦਾ ਮੁੱਢ ਬੰਨ੍ਹਦਾ ਹੈਗਾ ਆ ਮਨੂੰ ਸਿਮਰਤੀ, ਜਿਹਨੂੰ ਅਸੀਂ ਕਹਿੰਦੇ ਆ ਜੀ ਜੀ ਜੀ। ਉਹਨੇ ਜਿੱਥੇ 4 ਜਾਤਾਂ ਦੀ ਵੰਡ ਕੀਤੀ ਆ, ਉੱਥੇ ਇਹਦੇ ਨਾਲ ਨਾਲ ਉਹਨੇ ਉਹਨਾਂ ਦੇ ਤਿਉਹਾਰਾਂ ਦੀ ਵੀ ਵੰਡ ਕੀਤੀ ਹੋਈ ਆ ਜੀ। ਦੁਸਹਿਰਾ ਜਿਹੜਾ ਉਹ ਲੜਾਈ ਝਗੜੇ ਵਾਲਾ, ਉਹ ਖਸ਼ਤਰੀਆਂ ਨੂੰ ਦੇ ਦਿੱਤਾ। ਤੇ ਆਹ ਜਿਹੜਾ ਦੀਵਾਲੀ ਦਾ ਤਿਉਹਾਰ ਆ, ਇਹ ਕਿਰਤੀ ਲੋਕਾਂ ਦਾ ਤਿਉਹਾਰ ਹੈਗਾ ਆ, ਜਿਨ੍ਹਾਂ ਨੂੰ ਉਹਦੀ ਭਾਸ਼ਾ ਦੇ ਵਿੱਚ ਵੈਸ਼ ਕਹਿੰਦੇ ਆ। ਤੇ ਹੋਲੀ ਫਿਰ ਗਾਹਾਂ ਸ਼ੂਦਰਾਂ ਦਾ ਆ ਗਿਆ ਵੀ ਸਾਲ ਦੇ ਆਖਰੀ ਦਿਨ, ਜਦੋਂ ਫੱਗਣ ਦੇ ਮਹੀਨੇ ਚੰਦ ਦਾ ਸਾਲ ਮੁੱਕਦਾ, ਤੇ ਉਹਨਾਂ ਨੂੰ ਆਖਰੀ ਦਿਨ ਦੇ ਦਿੱਤਾ ਵੀ ਅੱਜ ਤੁਸੀਂ ਵੀ ਉਸ ਵੇਲੇ ਦੇ ਹਿਸਾਬ ਨਾਲ ਤਾਂ ਜਿੱਦਾਂ ਬਈ ਗੂਹੇ ਕੂੜੇ ਨਾਲ ਲਿਬੜਨਾ ਹੀ ਹੁੰਦਾ ਸੀਗਾ, ਅੱਜ ਉਹਦਾ ਵੀ ਰੂਪ ਬਦਲ ਗਿਆ ਜੀ। ਸੋ ਜਿਹੜਾ ਇਹ ਸਾਡੇ ਸਮਾਜ ਦੇ ਵਿੱਚ ਬੜੀ ਦੇਰ ਤੋਂ ਤਿਉਹਾਰ ਮਨਾਇਆ ਜਾ ਰਿਹਾ ਆ, ਜਿਹੜੀਆਂ ਰਵਾਇਤਾਂ ਸਾਨੂੰ ਮਿਲਦੀਆਂ ਆ, ਇਹਦਾ ਸੰਬੰਧ ਇੱਕ ਇਤਿਹਾਸ ਕਹਿ ਲਓ ਜਾਂ ਮਿਥਿਹਾਸ ਕਹਿ ਲਓ, ਉਹਦੇ ਵਿੱਚ ਕ੍ਰਿਸ਼ਨ ਦੇ ਨਾਲ ਵੀ ਜੁੜਦਾ ਵੀ ਅੱਜ ਦੇ ਦਿਨ ਉਸਨੇ ਇੱਕ ਨਰਕਾਸੂਰ ਨਾਂ ਦੇ ਰਾਕਸ਼ ਦਾ ਅੰਤ ਕੀਤਾ ਸੀ। ਵੈਸੇ ਤਾਂ ਹਰਨਾਕਸ਼ ਸੀਗਾ, ਉਹ ਕਈਆਂ ਨੇ ਉਹਦੇ ਨਾਂ ਕਈ ਵੱਖਰੇ ਵੱਖਰੇ ਲਿਖੇ ਹੋਏ ਹੈਗੇ ਆ, ਉਹ ਵੀ ਕਹਾਣੀ ਇੱਧਰ ਜੁੜਦੀ ਆ। ਪਰ ਜਿਹੜੀ ਮੇਨ ਕਹਾਣੀ ਜੁੜਦੀ ਆ ਇਸ ਦਿਨ ਦੇ ਨਾਲ, ਉਹ ਜੁੜਦੀ ਹੈ ਰਮਾਇਣ ਦੇ ਮੁਤਾਬਕ। ਅੱਜ ਦੇ ਦਿਨ ਅਯੁੱਧਿਆ ਦੇ ਰਾਜਾ ਦਸ਼ਰਥ ਦਾ ਪੁੱਤਰ ਰਾਮਚੰਦਰ, ਜਿਸ ਨੂੰ ਘਰੇਲੂ ਕਾਰਨਾਂ ਦੇ ਕਰਕੇ 14 ਸਾਲ ਦਾ ਬਨਵਾਸ ਦਿੱਤਾ ਗਿਆ ਸੀ, ਤੇ ਉਸ ਬਨਵਾਸ ਦੇ ਦੌਰਾਨ ਜੋ ਇਤਿਹਾਸ ਹੈ ਉਹ ਤਕਰੀਬਨ ਆਪਾਂ ਸਾਰੇ ਜਾਣਦੇ ਆ ਜੀ। ਉਹ
ਬਨਵਾਸ ਦੀ ਸਮਾਪਤੀ ਤੋਂ ਬਾਅਦ ਅੱਜ ਦੇ ਦਿਨ ਉਹ ਅਯੁੱਧਿਆ ਵਾਪਸ ਆਏ ਸੀ ਤੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਜੀ ਅਯੁੱਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਸੀ ਜੀ। ਹੁਣ ਜਦੋਂ ਅਸੀਂ ਇਸ ਗੱਲ ਨੂੰ ਦੇਖਦੇ ਹਾਂ, ਇੱਥੇ ਸਾਡੇ ਸਾਹਮਣੇ ਇਹ ਸਵਾਲ ਪੈਦਾ ਹੋ ਜਾਂਦਾ ਵੀ ਇਹ ਕਦੋਂ ਦੀ ਗੱਲ ਆ। ਕਈਆਂ ਦੇ ਸਵਾਲ ਦਿਮਾਗ 'ਚ ਆਇਆ ਹੋਊਗਾ ਵੀ ਇਹ ਗੱਲ ਹੈ ਕਦੋਂ ਦੀ, ਕਿਉਂਕਿ ਚਰਚਾ ਇਹਦੀ ਬਹੁਤ ਆ। ਖਾਸ ਕਰਕੇ ਹੁਣ ਰਾਮ ਮੰਦਿਰ ਬਣਿਆ ਜਿੱਥੇ ਭਗਵਾਨ ਰਾਮ ਚੰਦਰ ਜੀ ਦਾ ਜਨਮ ਹੋਇਆ ਸੀ। ਬੜਾ ਜੋਸ਼ ਸਾਰਿਆਂ ਦੇ ਦਿਮਾਗ 'ਚ ਕਹਾਣੀ ਤਾਜ਼ੀ ਹੈਗੀ ਆ ਜੀ। ਪਰ ਜਦੋਂ ਅਸੀਂ ਇਹਨਾਂ ਦੇ ਬਾਰੇ 'ਚ ਦੇਖਦੇ ਹਾਂ ਕਿ ਇਹਨਾਂ ਦਾ ਜਨਮ ਕਦੋਂ ਹੋਇਆ ਸੀ, ਕਿਵੇਂ ਹੋਇਆ ਸੀ, ਤੇ ਉੱਥੋਂ ਇਹ ਸਾਰੀ ਕਹਾਣੀ ਆ ਜਿਹੜੀ ਉਹ ਇੱਕ ਇਤਿਹਾਸਕ ਪਾਤਰ ਦੇ ਤੌਰ ਤੇ ਸਾਡੇ ਸਾਹਮਣੇ ਆਉਂਦੀ ਆ। ਅੱਛਾ, ਮੈਂ ਮਾਫੀ ਮੰਗ ਲਵਾਂ ਜੇ ਕਿਸੇ ਨੂੰ ਮੇਰੀ ਗੱਲ ਦਾ ਬੁਰਾ ਲੱਗੇ, ਪਰ ਉਹ ਕਿਉਂਕਿ ਹੁਣ ਉਹ ਸਵਾਲ ਹੈ ਤੇ ਉਹ ਜਾਣਕਾਰੀ ਮੈਂ ਸਾਂਝੀ ਕਰ ਰਿਹਾ ਔਰ ਸਰੋਤਾਂ ਦੇ ਆਧਾਰ ਤੇ ਕਰ ਰਿਹਾ। ਮੈਂ ਕੋਲੋਂ ਕੁਝ ਨਹੀਂ ਕਹਿਣਾ ਇਹਦੇ ਵਿੱਚ ਜੀ। ਅੱਜ ਜਿਹੜਾ ਆਪਣੇ ਚੱਲ ਰਿਹਾ ਹੈਗਾ ਆ, ਯੁੱਗਾਂ ਦੀ ਵੰਡ ਹੈ ਜਿਹੜੀ, ਉਹਦੇ ਮੁਤਾਬਕ ਕਲਯੁਗ ਚੱਲ ਰਿਹਾ ਆ ਤੇ ਇਹ 5121 ਸਾਲ ਇਹਦੇ ਬੀਤ ਚੁੱਕੇ ਆ ਕਲਯੁਗ ਦੇ। ਅੱਛਾ ਜੀ। ਇਹਦੀ ਕੁੱਲ ਉਮਰ 4,32,000 ਸਾਲ ਆ। ਇਦੋਂ ਪਹਿਲਾਂ ਜਿਹੜਾ ਸੀਗਾ ਉਹਦੀ ਉਮਰ ਸੀਗੀ ਦੁਆਪਰ ਦੀ 8,64,000 ਸਾਲ, ਤੇ ਉਦੋਂ ਪਹਿਲਾਂ ਸੀਗਾ ਤ੍ਰੇਤਾ 12,96,000 ਸਾਲ ਦੀ ਉਮਰ ਉਹਦੀ ਸੀ, ਤੇ ਉਦੋਂ ਪਹਿਲਾਂ ਕਲਯੁਗ ਹੁੰਦਾ ਸੀ ਜਿਹਦੀ 17,28,000 ਉਮਰ ਸੀਗੀ। ਅੱਛਾ ਜੀ। ਕਲਯੁਗ ਦੇ ਵਿੱਚ ਇੱਕ ਰਿਸ਼ੀ ਹੋਇਆ, ਉਹ ਬੜਾ ਅੜਬ ਸੁਭਾਅ ਦਾ ਸੀਗਾ। ਦਰਵਾਸ਼ਾ ਜਾਂ ਦਰਵਾਸ਼ਾ ਉਹਦਾ ਨਾਂ ਆਉਂਦਾ ਆ। ਬੜਿਆਂ ਨੂੰ ਉਹਨੇ ਜਿਹੜੇ ਆਪਾਂ ਕਹਿੰਦੇ ਹੈਗੇ ਆ ਬ੍ਰਹਮਾ ਵਿਸ਼ਨ ਮਹੇਸ਼ ਤਿਕੜੀ ਆ, ਜਿਨ੍ਹਾਂ ਨੇ ਜੀਵਨ ਪੈਦਾ ਕੀਤਾ ਧਰਤੀ ਤੇ ਪਾਲਣਾ ਕਰਦੇ ਆ ਤੇ ਸ਼ਿਵ ਜੀ ਕਚਹਿਰੀ ਲਾਉਂਦਾ, ਜੀ ਜੀ, ਇਹਨਾਂ ਨੂੰ ਵੀ ਸ਼ਰਾਪ ਦੇ ਦਿੱਤਾ ਸੀਗਾ। ਇੰਨਾ ਉਹ ਖਤਰਨਾਕ ਸੀਗਾ, ਜਾਂ ਅੜਬ ਕਹਿ ਲਈਏ, ਬੜੀ ਛੇਤੀ ਗੁੱਸੇ ਹੁੰਦਾ ਸੀ। ਤੇ ਕਿਸੇ ਗੱਲ ਕਰਕੇ ਹੁਣ ਆਪਣੀ ਧਰਮ ਪਤਨੀ ਨੂੰ ਸ਼ਰਾਪ ਦੇ ਦਿੱਤਾ ਵੀ ਜਾ ਤੂੰ ਪੱਥਰ ਹੋ ਜਾ ਸਤਯੁਗ ਦੇ ਵਿੱਚ। ਅੱਛਾ ਜੀ। ਉਹ ਜਦੋਂ ਉਹਨੇ ਸ਼ਰਾਪ ਦੇ ਦਿੱਤਾ, ਉਹ ਕਹਿੰਦੀ ਵੀ ਰਿਸ਼ੀ ਮਹਾਰਾਜ ਤੁਹਾਡਾ ਬਚਨ ਹੋ ਗਿਆ, ਕਿਉਂਕਿ ਉਹ ਬ੍ਰਾਹਮਣ ਸੀਗਾ। ਜਾਣੀ ਬ੍ਰਾਹਮਣ ਦੇ ਵਿੱਚ ਇੰਨੀ ਤਾਕਤ ਸੀਗੀ ਕਿ ਉਹ ਬ੍ਰਹਮਾ ਤੇ ਵਿਸ਼ਨੂੰ ਜਿਹੜੇ ਧਰਤੀ ਨੂੰ ਪੈਦਾ ਕਰਨ ਵਾਲੇ, ਚਲਾਉਣ ਵਾਲੇ ਆ, ਇਹਨਾਂ ਨੂੰ ਵੀ ਸ਼ਰਾਪ ਦੇ ਸਕਦਾ। ਭਾਵ ਬ੍ਰਾਹਮਣ ਰੱਬ ਤੋਂ ਵੀ ਉੱਤੇ ਸੀਗਾ। ਜਦੋਂ ਉਹਨੇ ਸ਼ਰਾਪ ਦੇ ਦਿੱਤਾ ਤੇ ਕਹਿੰਦੀ ਤੁਹਾਡਾ ਬਚਨ ਤੇ ਪੂਰਾ ਹੋਣਾ ਹੀ ਆ, ਤੇ ਮੈਂ ਪੱਥਰ ਹੋ ਜਾਣਾ ਆ, ਤੇ ਮੈਂ ਮੁੜ ਕੇ ਇਨਸਾਨੀ ਜਾਮੇ 'ਚ ਕਦੋਂ ਆਉਂਗੀ। ਅੱਛਾ ਜੀ। ਉਹਨੇ ਬਚਨ ਕੀਤਾ ਵੀ ਜਦੋਂ ਉਸ ਪੱਥਰ ਜਿਹੜਾ ਤੂੰ ਪੱਥਰ ਬਣੂਗੀ, ਜਦੋਂ ਉਹਦੇ ਨਾਲ ਰਾਮ ਜੀ ਦੇ ਚਰਨ ਛੂ ਹੋਣਗੇ, ਚਰਨ ਲੱਗੂਗੇ, ਤੇ ਤੂੰ ਉਦੋਂ ਮੁੜ ਕੇ ਤੂੰ ਮਨੁੱਖੀ ਜਾਮੇ 'ਚ ਆ ਜਾਊਂਗੀ ਜੀ। ਕਿਉਂਕਿ ਉਹ ਰਿਸ਼ੀ ਦੀ ਪਤਨੀ ਸੀਗੀ ਤੇ ਉਨੀਆਂ ਤਾਕਤਾਂ ਭਾਵੇਂ ਉਹਦੇ ਕੋਲ ਨਾ ਹੋਣ, ਪਰ ਸਮਝ ਉਹਨੂੰ ਵੀ ਸੀਗੀ। ਉਹ ਕਹਿੰਦੀ ਜੀ ਹਾਲੇ ਤਾਂ ਸਤਯੁਗ ਹੈ ਤੇ ਰਾਮ ਜੀ ਨੇ ਤੇ ਆਉਣਾ ਆ, ਤ੍ਰੇਤੇ ਦੇ ਵਿੱਚ ਤਾਂ ਵਿਚਾਲੇ ਦੁਆਪਰ ਪਿਆ ਆ, ਤਾਂ ਸਮਾਂ ਬਹੁਤ ਲੱਗ ਜਾਊਗਾ। ਕੀ ਮੈਂ ਇੰਨਾ ਚਿਰ ਪੱਥਰ ਹੀ ਬਣ ਕੇ ਬੈਠੀ ਰਹੂੰਗੀ, ਯੁੱਗ ਬੀਤ ਜਾਣਗੇ। ਤੇ ਰਿਸ਼ੀ ਜੀ ਕਹਿੰਦੇ ਫਿਰ ਵੀ ਮੇਰਾ ਬਚਨ ਤੇ ਨਹੀਂ ਹੁਣ ਮੁੜਨਾ, ਆਪਾਂ ਏਦਾਂ ਕਰਦੇ ਆ, ਜਿਹੜੇ ਯੁੱਗ ਹੈਗੇ ਆ ਉਹਨਾਂ ਦੇ ਵਿੱਚ ਅਦਲਾ ਬਦਲੀ ਕਰ ਦਿੰਨੇ ਆ। ਸਤਯੁਗ ਤੋਂ ਬਾਅਦ ਤ੍ਰੇਤਾ ਆ ਜਾਊਗਾ। ਤੇ ਰਿਸ਼ੀ ਨੇ ਫਿਰ ਉਹ ਜਿਹੜਾ ਦੁਆਪਰ ਆਉਣਾ ਸੀ ਉਹਨੂੰ ਕਹਿੰਦੇ ਦੁਆਪਰ ਦੀ ਥਾਂ ਤੇ ਕਹਿਤਾ ਵੀ ਚੱਲ ਦੁਆਪਰ ਉਦੋਂ ਬਾਅਦ ਆ ਜਾਊਗਾ ਤੇ ਹੁਣ ਤ੍ਰੇਤਾ ਆ ਜਾਊਗਾ। ਉੱਥੋਂ ਇਹ ਗੱਲ ਸਾਨੂੰ ਇੱਕ ਤਾਂ ਇਤਿਹਾਸਿਕ ਕਹਾਣੀ ਸ਼ਾਇਦ ਕਈਆਂ ਲੱਗੇ ਸੁਣੀ ਹੋਵੇ ਜਾਂ ਨਾ ਹੋਵੇ, ਇਹ ਤੇ ਦੂਜੀ ਗੱਲ ਇਹਦੇ ਚੋਂ ਸਾਨੂੰ ਇਹ ਮਿਲਦੀ ਆ ਜਿਹੜਾ ਇੱਥੇ ਵੀ ਇਹ ਤ੍ਰੇਤੇ ਯੁੱਗ ਦੇ ਅਵਤਾਰ ਸੀਗੇ। ਤੇ ਤ੍ਰੇਤੇ ਯੁੱਗ ਦੀ ਉਮਰ ਆ ਜਿਹੜੀ ਮੈਂ ਉਹ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ। ਤੇ ਅੱਜ ਜਿਹੜੀ ਸਭ ਤੋਂ ਵੱਧ ਪ੍ਰਚਲਿਤ ਰਮਾਇਣ ਹੈਗੀ ਆ ਉਹ ਤੁਲਸੀਦਾਸ ਦੀ ਆ। ਤੇ ਬਾਂਦਾ ਜ਼ਿਲ੍ਹਾ ਯੂਪੀ ਦੇ ਵਿੱਚ ਤੁਲਸੀਦਾਸ ਦਾ ਮਹਾਨ ਕੋਸ਼ ਦੇ ਵਿੱਚ ਇਹਦੇ ਮਾਤਾ ਪਿਤਾ ਦਾ ਨਾਂ, ਇਹਦਾ ਪਿੰਡ ਸਾਰਾ ਸਾਨੂੰ ਸਭ ਕੁਝ ਲੱਭ ਪੈਂਦਾ। ਸ਼ਾਇਦ 1600 ਤੇ 22-23 ਦੇ ਵਿੱਚ ਹੀ ਇਹਦੀ ਮੌਤ ਹੁੰਦੀ ਆ ਜਿਹੜੀ ਰਮਾਇਣ ਹੈ। ਤੇ ਤੁਸੀਂ ਹੁਣ ਇਹ ਫਾਸਲਾ ਦੇਖੋ ਵੀ ਕਿੱਥੇ ਤ੍ਰੇਤਾ ਯੁੱਗ ਦੇ ਵਿੱਚ ਰਾਮ ਜੀ ਪੈਦਾ ਹੁੰਦੇ ਆ ਤੇ ਕਿੱਥੇ ਰਮਾਇਣ ਜਿਹੜੀ ਆ ਉਹ ਆ ਕੇ 16ਵੀਂ ਸਦੀ ਦੇ ਵਿੱਚ ਜਾਂ ਲਿਖੀ ਜਾਂਦੀ ਹੈਗੀ ਆ, ਯੂਪੀ ਦੇ ਵਿੱਚ ਬੰਦਾ ਪੈਦਾ ਹੁੰਦਾ। ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਆ ਉੱਥੋਂ ਇਹ ਕਹਾਣੀਆਂ ਜਿਹੜੀਆਂ ਆ ਉਹ ਇੱਕ ਇਤਿਹਾਸਕ ਪਾਤਰ ਵੱਲੋਂ ਵੀ ਇਸ਼ਾਰਾ ਕਰਦੀਆਂ ਆ ਜੀ। ਇਹਦਾ ਜਿਹੜਾ ਦੂਜਾ ਪੱਖ ਹੈਗਾ ਆ, ਦੂਜਾ ਪੱਖ ਇਹਦਾ ਇਹ ਹੈਗਾ ਆ ਵੀ ਇਹ ਜਿੰਨੇ ਵੀ ਇਹ ਜਿਹੜਾ ਲਿਟਰੇਚਰ ਹੈਗਾ ਆ, ਵੇਦ ਤੇ ਹੋਰ ਸਾਰੇ ਇਹਨਾਂ ਦੇ, ਜਾਂ ਰਮਾਇਣ ਜਿਹੜੀ ਰਿਸ਼ੀ ਵਾਲਮੀਕ ਜੀ ਵਾਲੀ ਰਮਾਇਣ ਹੈ, ਉਹ
ਉਹ ਸਭ ਤੋਂ ਪਹਿਲੀ ਮੰਨੀ ਜਾਂਦੀ ਆ, ਸੰਸਕ੍ਰਿਤ ਦੇ ਵਿੱਚ ਲਿਖੀ ਜਾਂਦੀ ਆ। ਹੁਣ ਸਵਾਲ ਪੈਦਾ ਹੋ ਜਾਂਦਾ ਆ ਭਈ ਸੰਸਕ੍ਰਿਤ ਹੈ ਜਿਹੜੀ ਉਹ ਇਨਸਾਨ ਦੀ ਭਾਸ਼ਾ ਆ। ਚਲੋ ਅੱਜ ਸਾਨੂੰ ਨਹੀਂ ਆਉਂਦੀ, ਇੱਕ ਵੱਖਰੀ ਗੱਲ ਹੈ, ਵਿਦਵਾਨਾਂ ਦੀ ਭਾਸ਼ਾ ਸੀ। ਇਨਸਾਨ ਇਸ ਧਰਤੀ ਤੇ ਕਦੋਂ ਪੈਦਾ ਹੋਇਆ, ਅੱਜ ਵਾਲੇ ਰੂਪ ਦੇ ਵਿੱਚ ਇਨਸਾਨ ਕਦੋਂ ਆਇਆ, ਅੱਜ ਵਾਲੀਆਂ ਬੋਲੀਆਂ ਕਦੋਂ ਆਈਆਂ। ਸੋ ਇਹ ਜਿਹੜੀਆਂ ਉਹ ਪਹਿਲੀਆਂ ਕਹਾਣੀਆਂ ਨੂੰ ਇਹ ਸਾਰੀਆਂ ਕੱਟ ਕੇ ਤੇ ਇਹ ਨਵੇਂ ਯੁੱਗ ਦੇ ਵਿੱਚ ਇਹ ਸਾਰੀਆਂ ਕਹਾਣੀਆਂ ਆ ਜਾਂਦੀਆਂ। ਤੇ ਇੱਕ ਇੱਥੇ ਥਿਊਰੀ ਇਹ ਵੀ ਚੱਲਦੀ ਹੈਗੀ ਹੈ, ਤੇ ਜਿਹੜਾ ਕਲਯੁਗ ਆ ਜਿਹੜਾ ਮੈਂ ਦੱਸਿਆ ਵੀ ਉਹ ਤਕਰੀਬਨ 5100 ਸਾਲ ਪਹਿਲਾਂ ਸ਼ੁਰੂ ਹੁੰਦਾ ਆ। ਇਹ ਉਹ ਸਮਾਂ ਬਣਦਾ ਆ ਜਦੋਂ ਆਰੀਅਨ ਲੋਕ ਜਿਹੜੇ ਇਧਰੋਂ ਆਪਣੇ ਇਰਾਨ ਇਰਾਕ ਦੇ ਪਾਸਿਓਂ ਉੱਠ ਕੇ, ਜਿਹਨੂੰ ਅੱਜ ਹਿੰਦੁਸਤਾਨ ਕਹਿੰਦੇ ਆ, ਸਿੰਧ ਦਰਿਆ ਤੋਂ ਪਾਰ ਦਾ ਇਲਾਕਾ, ਜਦੋਂ ਉੱਥੇ ਆਉਂਦੇ ਆ ਤੇ ਇਹ ਸਭ ਕੁਝ ਉਹਨਾਂ ਦੇ ਨਾਲ ਹਿੰਦੁਸਤਾਨ ਉਸ ਮੁਲਕ ਦੇ ਵਿੱਚ ਆਉਂਦਾ ਆ ਜਿਹਨੂੰ ਹਿੰਦੁਸਤਾਨ ਕਹਿੰਦੇ ਸੀਗੇ ਕਿਸੇ ਵੇਲੇ, ਸਿੰਧ ਦਰਿਆ ਤੋਂ ਅਗਲਾ ਇਲਾਕਾ। ਤੇ ਆਰੀਅਨਾਂ ਦਾ ਆ ਕੇ ਉੱਥੇ ਯੁੱਧ ਹੁੰਦਾ ਆ। ਅੱਜ ਵੀ ਤਕਰੀਬਨ ਉਹੀ ਗੱਲਾਂ ਹੈਗੀਆਂ ਆ ਸਾਰੀਆਂ ਹੀ। ਉਦੋਂ ਉਹ ਮੇਨ ਨੁਕਤੇ ਉਦੋਂ ਵੀ ਉਹੀ ਸੀਗੇ, ਅੱਜ ਸਾਧਨ ਬਦਲ ਗਏ ਆ, ਕਿਉਂਕਿ ਉਹ ਜਿਹੜਾ ਇਲਾਕਾ ਹੈਗਾ ਉੱਤਰੀ ਭਾਰਤ ਦਾ ਉਹ ਬੜਾ ਉਪਜਾਊ ਇਲਾਕਾ ਸੀ ਤੇ ਉਸ ਇਲਾਕੇ ਤੇ ਕਬਜ਼ੇ ਦੀ ਖਾਤਰ ਉੱਥੇ ਯੁੱਧ ਹੁੰਦਾ ਆ। ਇਹ ਆਰੀਅਨ ਤਕੜੇ ਸੀਗੇ, ਇਹਨਾਂ ਨੇ ਬਹੁਤ ਲੋਕਾਂ ਨੂੰ ਕੁੱਟ ਕੇ ਉੱਥੋਂ ਭਜਾਤਾ। ਉਹ ਬਹੁਤ ਸੱਜਣ ਉਸ ਵੇਲੇ ਦੇ ਜਿਹੜੇ ਅੱਜ ਤੋਂ 5000 ਸਾਲ ਪਹਿਲਾਂ ਦੀਆਂ ਜਿਹੜੀਆਂ ਇਹ ਗੱਲਾਂ ਬਣਦੀਆਂ, ਜਿਹੜੇ ਉਹ ਲੋਕ ਸੀਗੇ ਉਹ ਦੱਖਣ ਵੱਲ ਨੂੰ ਚਲੇ ਗਏ ਜਾਨਾਂ ਬਚਾ ਕੇ। ਉਹਨਾਂ ਨੂੰ ਦਸੂ ਕਹਿੰਦੇ ਆ, ਤੇ ਜਿਨ੍ਹਾਂ ਨੇ ਈਣ ਮੰਨ ਲਈ ਇੱਥੇ ਹੀ ਰਹਿ ਗਏ ਉਹਨਾਂ ਨੂੰ ਦਾਸ ਕਹਿੰਦੇ ਆ। ਤੇ ਉਹ ਜਿਹੜੇ ਚੌਥੀ ਮੰਨੂ ਦੇ ਮੁਤਾਬਕ ਚੌਥੀ ਸ਼੍ਰੇਣੀ ਦੇ ਵਿੱਚ ਆਉਂਦੇ ਹੈਗੇ ਆ। ਇਹਦਾ ਇੱਕ ਪੱਖ ਤਾਂ ਇਹਦਾ ਇਹ ਸੀਗਾ ਇਤਿਹਾਸ ਵੱਲੋਂ, ਤੇ ਦੂਜਾ ਜਿਹੜਾ ਹੈਗਾ ਆ ਵੀ ਇਹ ਸਾਰੇ ਆਰੀਅਨ ਦੇ ਆਉਣ ਤੋਂ ਬਾਅਦ ਦੀਆਂ ਗੱਲਾਂ ਆ। ਮਹਾਭਾਰਤ ਦਾ ਜਿਹੜਾ ਯੁੱਧ ਹੁੰਦਾ ਆ ਤੇ ਜਿਹੜਾ ਰਮਾਇਣ ਹੈ, ਇਹ ਆਰੀਅਨ ਦੇ ਆਉਣ ਤੋਂ ਬਾਅਦ 5-6000 ਸਾਲ ਪੁਰਾਣੀਆਂ ਆ। ਤੇ ਬਾਣੀ ਚ ਇੱਕ ਪੰਕਤੀ ਆਉਂਦੀ ਆ, ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇ ਕਰੇ ਅਵਤਾਰੀ। ਮਹਾਭਾਰਤ ਦੇ ਜਿਹੜੇ ਹੈਗੇ ਆ ਉਹਨਾਂ ਦੇ ਵੀ 12 ਯੋਜਨ ਖੇਤਰ ਚਲੇ ਹੈ। ਉਹ 60-70 ਮੀਲ ਦਾ ਇਲਾਕਾ ਸੀਗਾ। ਤੇ ਜਿਹੜਾ ਅਯੁੱਧਿਆ ਦਾ ਇਲਾਕਾ ਵੀ ਸੀਗਾ ਉਹ ਵੀ ਜਿਹੜਾ ਬਹੁਤਾ ਨਹੀਂ ਸੀਗਾ, ਉਹ ਵੀ 60-70 ਮੀਲ ਦਾ ਇਲਾਕਾ ਹੀ ਹੈਗਾ ਆ। ਇਹਦੀ ਵੀ ਸਾਨੂੰ ਉਹਦੀ ਉਹ ਇਲਾਕੇ ਦੀ ਲੱਭਦੀ ਆ। ਤੇ ਉੱਥੇ ਦੇ ਰਾਜਾ ਜਥਰਥ ਦੇ ਪੁੱਤਰ ਸੀਗੇ। ਹੁਣ ਕੁਦਰਤ ਦੇ ਨਿਯਮ ਦੇ ਮੁਤਾਬਕ ਉਹਦੇ ਕਹਾਣੀ ਦੇ ਮੁਤਾਬਕ ਉਹਦੀਆਂ 3 ਰਾਣੀਆਂ ਸੀਗੀਆਂ, ਪਰ ਇਹਨਾਂ ਦਾ ਜਿਹੜਾ ਜਨਮ ਹੈ ਉਹ ਕੁਦਰਤ ਦੇ ਨਿਯਮ ਦੇ ਮੁਤਾਬਕ ਨਹੀਂ ਹੁੰਦਾ। ਮੈਂ ਕਹਾਣੀ ਨੂੰ ਸੰਖੇਪ ਕਰਾਂ, ਉਹ ਤਾਂ ਬਹੁਤ ਕੁਝ ਲਿਖਿਆ ਆ ਹਿੰਦੂ ਇਤਿਹਾਸ ਕੋਸ਼ ਜਾਂ ਹੋਰ ਕਿਤਾਬਾਂ ਦੇ ਵਿੱਚ। ਜੀ ਈਵਨ ਮੇਰੇ ਕੋਲ 2 ਰਮਾਇਣਾਂ ਆ ਜਿਹੜੀ ਮੈਂ ਹੁਣ ਤੁਹਾਨੂੰ ਕਹਾਣੀ ਦੱਸਣ ਲੱਗਾ ਆ। ਇਹ ਬਾਲਮੀਕ ਰਮਾਇਣ ਦੇ ਬੇਸ ਤੇ ਆ, ਮੇਰੇ ਕੋਲ ਆ ਕਿਤਾਬ। ਉਹ ਕੋਈ ਬੰਦਾ ਮੇਰੇ ਤੇ ਏਦਾਂ ਨਾ ਸ਼ੱਕ ਕਰੇ ਬਈ ਮੈਂ ਕੋਈ ਕੋਲੋਂ ਜਾਂ ਕੋਈ ਮੈਂ ਹੈਗਾ ਆ। ਬਾਲਮੀਕ ਰਮਾਇਣ ਦੇ ਵਿੱਚ ਜੋ ਕੋਈ ਲਿਖਿਆ ਸਰਬਜੀਤ ਸਿੰਘ ਜੀ, ਜੋ ਕੋਈ ਤੁਸੀਂ ਦੱਸ ਰਹੇ ਹੋ ਇਤਿਹਾਸ ਹੈ ਜਾਂ ਮਿਥਿਹਾਸ ਹੈ, ਪਰ ਗੱਲ ਇਹ ਹੈ ਕਿ ਸਦੀਆਂ ਤੋਂ ਅਸੀਂ ਇਹਨੂੰ ਇੱਕ ਸਾਂਝਾ ਤਿਉਹਾਰ, ਖੁਸ਼ੀਆਂ ਦਾ, ਲਾਈਟਾਂ ਦਾ ਸੈਲੀਬ੍ਰੇਸ਼ਨ ਮਨਾਉਂਦੇ ਆ ਰਹੇ ਹਾਂ। ਕਿਉਂਕਿ ਬਹੁਤੇ ਲੋਕਾਂ ਨੂੰ ਇਹਦੇ ਬਾਰੇ, ਇਤਿਹਾਸ ਬਾਰੇ ਪਤਾ ਨਹੀਂ। ਇਹ ਜ਼ਰੂਰੀ ਹੈ ਕਿ ਜਿੱਥੇ ਆਪਾਂ ਸਾਂਝੇ ਤੌਰ ਤੇ ਸਮਾਜਿਕ ਭਾਈਚਾਰੇ ਦੀ ਸਾਂਝ ਕਰਕੇ ਮਨਾਉਂਦੇ ਜਾ ਰਹੇ ਹਾਂ, ਕਦੇ ਕਿਸੇ ਦੇ ਦਿਮਾਗ 'ਚ ਇਹ ਗੱਲ ਨਹੀਂ ਆਈ ਕਿ ਹਿੰਦੂ ਹੈ ਕਿ ਸਿੱਖ ਹੈ ਕਿ ਮੁਸਲਮਾਨ ਹੈ। ਬਸ ਇੱਕ ਤਿਉਹਾਰ ਜਿਹਾ ਬਣਾ ਲਿਆ ਔਰ ਤਿਉਹਾਰ ਦੇ ਮੁਤਾਬਕ ਖੁਸ਼ੀਆਂ, ਲਾਈਟਾਂ, ਇੱਕ ਦੂਜੇ ਨਾਲ ਤੋਹਫੇ ਆਦਾਨ ਪ੍ਰਦਾਨ ਕਰਨੇ, ਇਹ ਇੱਕ ਬੜਾ ਵਧੀਆ ਟ੍ਰੈਂਡ ਜਿਹੜਾ ਉਦੋਂ ਤੋਂ ਚੱਲਿਆ ਆ ਰਿਹਾ ਹੈ। ਪਰ ਜਿਹੜਾ ਇਹਦਾ ਅਸਲ ਇਤਿਹਾਸ ਹੈ ਉਹ ਕੀ ਲਿਖਿਆ ਗ੍ਰੰਥਾਂ ਦੇ ਵਿੱਚ, ਥੋੜ੍ਹਾ ਜਿਹਾ ਉਹ ਜ਼ਰੂਰ ਸਾਂਝਾ ਕਰੋ ਜੀ। ਹਾਂਜੀ, ਉਹ ਜਿਹੜੀ ਮੈਂ ਦਿਖਾਲ ਵੀ ਦਿੰਦਾ ਆ, ਸ਼ਾਇਦ ਤੁਹਾਡੇ ਸਰੋਤਿਆਂ ਨੂੰ ਦਿਲਚਸਪੀ ਹੋਊਗੀ ਜੀ। ਮੈਂ ਕੋਲੋਂ ਨਹੀਂ ਕਹਿ ਰਿਹਾ ਕੁਝ ਵੀ ਜੀ। ਇਹਦੇ ਆਧਾਰ ਦੇ ਉੱਤੇ ਉਹ ਜਦੋਂ ਕੁਦਰਤ ਦਾ ਨਿਯਮ ਹੈਗਾ ਆ ਵੀ ਹਰੇਕ ਬੰਦੇ ਦੀ ਇੱਛਾ ਹੁੰਦੀ ਆ ਵੀ ਮੇਰੀ ਜਿਹੜੀ ਪੀੜ੍ਹੀ ਉਹ ਅੱਗੇ ਵਧੇ। ਤੇ ਰਾਜਾ ਜਥਰਥ ਜਿਹੜਾ ਕਿ ਬੜਾ ਧਰਮੀ ਤੇ ਇਨਸਾਫ ਪਸੰਦ ਤੇ ਬੜੀ ਅਮੀਰ ਸੀਗੀ, ਉਹਦੀ ਕਹਿੰਦੇ ਨਗਰੀ ਉਹਦੀ ਵੀ ਸੀਗੀ ਵੀ ਮੇਰੇ ਘਰ ਰੌਣਕ ਆਵੇ। ਤੇ ਉਹ ਬੇਨਤੀਆਂ ਕਰਨ ਦੇ ਉੱਤੇ ਤੇ ਉੱਥੇ ਫਿਰ ਇੱਕ ਜੱਗ ਕੀਤਾ ਗਿਆ, ਅਸ਼ਵਮੇਧ ਜੱਗ। ਉਸ ਜੱਗ ਦੇ ਹਵਨ ਕੁੰਡ ਦੇ ਵਿੱਚੋਂ ਇੱਕ ਦੇਵੀ ਪੈਦਾ ਹੁੰਦੀ ਹੈ, ਇੱਕ ਬਾਂਹ ਪੈਦਾ ਹੁੰਦੀ ਹੈ। ਉਹ ਕਈ ਕੁਛ ਵੱਖਰੀਆਂ ਕਹਾਣੀਆਂ ਹੈਗੀਆਂ ਆ, ਕਿਉਂਕਿ ਰਮਾਇਣਾਂ ਬਹੁਤ ਹੈਗੀਆਂ ਆ। ਮੇਰੇ ਕੋਲ 2 ਆ, ਉਹਨਾਂ ਦੋਹਾਂ 'ਚ ਕਹਾਣੀ ਵੱਖਰੀ ਆ। ਖੈਰ ਆਪਾਂ ਸੰਖੇਪ ਕਰੀਏ ਵੀ ਉਹਦੇ ਵਿੱਚੋਂ ਇੱਕ ਦੇਵੀ ਪੈਦਾ ਹੋਈ ਤੇ ਉਹਦੇ ਹੱਥ ਦੇ ਵਿੱਚ ਕੌਲੀ ਸੀਗੀ ਤੇ ਉਹ ਕੌਲੀ ਦੇ ਵਿੱਚ ਖੀਰ ਸੀਗੀ ਤੇ ਉਹ ਰਾਜੇ ਨੂੰ ਦਿੱਤੀ ਗਈ ਵੀ ਜਾ ਕੇ ਆਪਣੀਆਂ ਰਾਣੀਆਂ ਨੂੰ ਖਵਾ ਦੇ ਤੇ ਤੇਰੀ ਇੱਛਾ ਪੂਰੀ ਹੋ ਜਾਊਗੀ। ਔਰ ਉਸੇ ਸਮੇਂ ਇੱਕ ਹੋਰ ਕਹਾਣੀ ਦੇ ਮੁਤਾਬਕ ਉੱਥੇ
ਵਿਸ਼ਨੂੰ ਜੀ ਵੀ ਆਏ ਹੋਏ ਨੇ ਤੇ ਬਾਕੀ ਦੇਵਤਿਆਂ ਨੇ ਵਿਸ਼ਨੂੰ ਨੂੰ ਕੀਤੀ ਬੇਨਤੀ ਹਾਂ ਹਾਂ ਕਿ ਧਰਤੀ ਦੇ ਉੱਤੋਂ ਜ਼ੁਲਮ ਦਾ ਨਾਸ਼ ਕਰਨ ਦੇ ਲਈ ਤੁਸੀਂ ਕੋਈ ਉਪਰਾਲਾ ਕਰੋ। ਜੀ ਤੇ ਵਿਸ਼ਨੂੰ ਨੇ ਆਪਣੇ ਸਰੀਰ ਦੇ ਕਹਿੰਦੇ 4 ਹਿੱਸੇ ਕਰਕੇ ਤੇ ਇੱਕ ਹਿੱਸਾ ਜਿਹੜਾ ਸੀਗਾ ਉਹ ਜਿਹੜੀ ਵੱਡੀ ਰਾਣੀ ਸੀ ਕੁਸ਼ਲਿਆ ਉਹਦੇ ਸਰੀਰ 'ਚ ਪ੍ਰਵੇਸ਼ ਕਰ ਗਿਆ ਤੇ ਜਿਹੜਾ ਅੱਧਾ ਬਚਿਆ ਸੀਗਾ ਉਹ ਅੱਧਾ ਦੂਜੀਆਂ ਦੇ ਕਕਈ ਦੇ ਤਾਂ ਜਿਹੜੀ ਸਮਿਤਰਾ ਸੀਗੀ ਉਹਨਾਂ ਦੇ। ਔਰ ਇਹੋ ਜਿਹੀ ਕਹਾਣੀਆਂ ਤੋਂ ਬਾਅਦ ਫਿਰ ਰਾਮ ਜੀ ਦਾ ਜਨਮ ਹੁੰਦਾ ਆ ਤੇ ਉਹ ਬਾਕੀ ਸਾਰੀ ਕਹਾਣੀ ਆਪਾਂ ਰਾਮ ਦੇ ਉਹਦੇ ਵਿੱਚ ਦੇਖੀ ਆ। ਜੀ ਜੀ ਜਦੋਂ ਉਹ ਰਾਜ ਦੇ ਵੇਲੇ ਹੁੰਦੀ ਆ ਕਹਾਣੀ, ਉਹ ਫਿਰ ਉਹ ਮਤਰੇਈ ਮਾਂ ਦਾ, ਮਤਰੇ ਪੁੱਤ ਦਾ, ਮਤਰੇ ਭਰਾ ਦਾ ਸ਼ਰੀਕ ਪੈਦਾ ਹੋ ਗਏ, ਉਹ ਕਹਾਣੀਆਂ ਲੰਬੀਆਂ ਹੈਗੀਆਂ। ਤਾਂ ਸਾਰੀ ਜਿਹੜੀ ਕਹਾਣੀ ਹੈਗੀ ਆ ਜਦੋਂ ਅੱਜ ਵਾਲੀ ਜਿਹਨੂੰ ਲੰਕਾ ਕਹਿੰਦੇ ਆਪਾਂ, ਇਹ ਉਹਦੇ ਨਾਲ ਸਾਂਝੀ ਕੀਤੀ ਗਈ ਆ। ਪਰ ਹੁਣ ਉਹ ਖੋਜ ਹੋ ਕੇ ਸਾਡੇ ਸਾਹਮਣੇ ਆ ਗਈ ਆ ਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਜਿਹੜੇ ਆਰੀਅਨ ਤੋਂ ਡਰਦੇ ਜਾਂ ਮਾੜੇ ਲੋਕ ਭੱਜ ਗਏ ਸੀ ਦੱਖਣ ਵੱਲ ਨੂੰ, ਜੀ ਇਹ ਉਹਨਾਂ ਦਾ ਰਾਜਾ ਸੀਗਾ ਰਾਵਣ, ਦੱਖਣ ਦੇ ਲੋਕਾਂ ਦਾ। ਉੱਧਰ ਇਹਦੀ ਅੱਜ ਵੀ ਪੂਜਾ ਹੁੰਦੀ ਆ। ਇੱਥੇ ਵੀ ਇਹਦੇ ਇਤਿਹਾਸ ਦੇ ਵਿੱਚ ਕਾਫੀ ਜਾਣੀ ਸਾਨੂੰ ਮਤਭੇਦ ਮਿਲਦੇ ਆ। ਹਾਂਜੀ ਖੈਰ ਉਹ ਦੀਵਾਲੀ ਦਾ ਤਿਉਹਾਰ ਜਦੋਂ ਉਹ ਖੁਸ਼ੀਆਂ ਦਾ ਤਿਉਹਾਰ ਤੇ ਸਮਾਜ ਦੇ ਵਿੱਚ ਸਾਂਝੇ ਤੌਰ ਤੇ ਅੱਜ ਵੀ ਇਹ ਮਨਾਇਆ ਜਾਂਦਾ। ਜੀ ਜੀ ਤੇ ਜਿਹੜਾ ਇਹਦਾ ਸਿੱਖ ਇਤਿਹਾਸ ਦੇ ਨਾਲ ਇਹਦਾ ਜਿਹੜਾ ਸੰਬੰਧ ਜੁੜਦਾ ਹੈਗਾ ਆ, ਹਾਂ ਇਹ ਸਵਾਲ ਮੈਂ ਇਹ ਸਵਾਲ ਕਰਨ ਤੋਂ ਪਹਿਲਾਂ ਮੇਰਾ ਖਿਆਲ ਹੈ ਬਿਲਕੁਲ ਜੀ, ਤੁਹਾਨੂੰ ਮੈਂ ਇੱਕ ਮੇਰੇ ਵੱਲੋਂ ਸਵਾਲ ਆ ਉਹ ਵੀ ਵਿੱਚੇ ਹੀ ਤੁਸੀਂ ਸਾਨੂੰ ਜਦੋਂ ਐਕਸਪਲੇਨ ਕਰੋਗੇ ਨਾਲ ਹੀ ਮੈਂ ਇਹੀ ਜਾਣਨਾ ਚਾਹੁੰਦੀ ਹਾਂ ਕਿ ਜਿਹੜੀ ਦੀਵਾਲੀ ਆ ਕੱਤਕ ਦੀ ਪੁੰਨਿਆਂ ਨੂੰ ਹੀ ਕਿਉਂ ਆਉਂਦੀ ਹੈਗੀ ਆ, ਇਹਦੇ ਬਾਰੇ ਵੀ ਥੋੜਾ ਜਿਹਾ ਨਾਲ ਹੀ ਰਿਲੇਟ ਕਰਕੇ ਦੱਸਿਓ ਸਾਨੂੰ। ਹਾਂਜੀ, ਇਹ ਜਿਹੜਾ ਸਾਡਾ ਇਤਿਹਾਸ ਹੈਗਾ ਆ, ਇਹ ਜੇ ਆਪਾਂ ਮੋਟੇ ਤੌਰ ਤੇ ਦੇਖੀਏ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੋਂ ਜਾਂ 1469 ਤੋਂ ਸਾਡਾ ਆਰੰਭ ਹੁੰਦਾ ਆ। ਪਰ ਸਾਡੀ ਪਹਿਲੀ ਸਮੱਸਿਆ ਹੀ ਉਹਨਾਂ ਦੇ ਜਨਮ ਦਿਨ ਦੀ ਤਰੀਕ ਦੇ ਉੱਤੇ ਖੜੀ ਹੋ ਗਈ ਆ। ਸਾਰਾ 550 ਸਾਲ ਦਾ ਇਤਿਹਾਸ ਆ, ਪਰ ਅਸੀਂ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਤਰੀਕਾਂ ਵੱਲ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਤਰੀਕ ਦਾ ਕੋਈ ਲੱਭ ਸਕੀਏ। ਸਾਡੇ ਕੋਲ ਸਾਧਨ ਬਹੁਤ ਆ, ਜਦ ਕਿ ਦੂਜੇ ਪਾਸੇ ਆਪਾਂ ਹੁਣੇ ਗੱਲ ਕਰਦੇ ਆ ਜੁੱਗਾਂ ਪੁਰਾਣੇ ਇਤਿਹਾਸ ਨੂੰ ਵੀ ਲਿਆ ਕੇ ਦੂਜੀਆਂ ਧਿਰਾਂ ਨੇ ਸਾਡੇ ਸਾਹਮਣੇ ਰੱਖ ਦਿੱਤਾ ਆ। ਤੋ ਇਤਿਹਾਸ ਦੇ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭੀ ਆ ਤੇ ਉਹਨਾਂ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦੇਣ ਦੇ ਲਈ 2 ਤਲਵਾਰਾਂ ਪਹਿਨੀਆਂ। ਇੱਕ ਬਿਲਕੁਲ ਉਹ ਗੁਰੂ ਅਰਜਨ ਦੇਵ ਜੀ ਤੱਕ ਜਿਹੜੀ ਰਵਾਇਤ ਸਾਡੀ ਸੀਗੀ ਸੰਤ ਭਾਵਨਾ ਵਾਲੀ, ਉਸ ਤੋਂ ਬਿਲਕੁਲ ਵੱਖਰੀ ਇੱਕ ਸਿਪਾਹੀ ਵਾਲੀ ਭਾਵਨਾ ਉਸ ਵੇਲੇ ਉਹਨਾਂ ਨੇ ਪੈਦਾ ਕੀਤੀ ਤਾਂ ਜੋ ਜਿਹੜੀਆਂ ਸੰਗਤਾਂ ਦੇ ਵਿੱਚ ਚੜ੍ਹਦੀ ਕਲਾ ਦਾ ਜਿਹੜਾ ਉਹ ਸੰਦੇਸ਼ ਦਿੱਤਾ ਜਾ ਸਕੇ। ਜੀ ਤੇ ਉਹਨਾਂ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਉਹ ਸਾਰੀਆਂ ਹੀ ਤਾਕਤਾਂ ਜਿਹੜੀਆਂ ਗੁਰੂ ਅਰਜਨ ਦੇਵ ਜੀ ਦੀ ਵਿਰੋਧੀ ਸਨ ਜਾਂ ਗੁਰੂ ਘਰ ਦੀਆਂ ਵਿਰੋਧੀ ਸਨ ਜਾਂ ਉਹਨਾਂ ਦੀ ਸ਼ਹੀਦੀ ਦਾ ਕਾਰਨ ਬਣੀਆਂ, ਜਿਨ੍ਹਾਂ ਦੇ ਵਿੱਚ ਗੁਰੂ ਘਰ ਦੇ ਸ਼ਰੀਕ ਵੀ ਸੀਗੇ ਤੇ ਉਹ ਜਿਹੜੇ ਦੂਜੇ ਸੀਗੇ ਜਿਹਨੂੰ ਆਪਾਂ ਚੰਦੂ ਕਹਿੰਦੇ ਹੈਗੇ ਆ ਜੀ, ਉਹ ਵੀ ਸੀਗਾ। ਉਹਨਾਂ ਨੇ ਫੇਰ ਉਹ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਉਹ ਲਾਈਆਂ ਗਈਆਂ ਬਾਦਸ਼ਾਹ ਦੇ ਕੋਲੇ ਤੇ ਬਾਦਸ਼ਾਹ ਵੀ ਕੱਚਾ ਨਿਕਲਿਆ ਕੰਨਾਂ ਦਾ ਤੇ ਉਹਨੇ ਆਨੇ ਬਹਾਨੇ ਕਰਕੇ ਗੁਰੂ ਸਾਹਿਬ ਨੂੰ ਆਪਣੇ ਕੋਲ ਸੱਦਿਆ ਜੀ। ਤੇ ਸੱਦਣ ਤੋਂ ਬਾਅਦ ਉਹਨੂੰ ਇਤਿਹਾਸ ਦੇ ਮੁਤਾਬਕ ਗਵਾਲੀਅਰ ਦੇ ਕਿਲੇ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਕੈਦ ਦੀ ਸਜ਼ਾ ਦੇ ਦਿੱਤੀ ਤੇ ਨਾਲ ਉਹਨਾਂ ਦੇ 2 ਸਿੰਘ ਹੋਰ ਸੀਗੇ, ਸੇਵਾਦਾਰ ਵੀ ਸੀਗੇ। ਤੇ ਉੱਥੇ ਉਸ ਕਿਲੇ ਦੇ ਵਿੱਚ ਕੁਝ ਰਾਜਨੀਤਿਕ ਕੈਦੀ ਤੇ ਕੁਝ ਹੋਰ ਕੈਦੀ ਉੱਥੇ ਪਹਿਲਾਂ ਵੀ ਮੌਜੂਦ ਸੀਗੇ। ਉਹ ਕਹਾਣੀ ਆਪਾਂ ਤਕਰੀਬਨ ਸਾਰਿਆਂ ਨੇ ਸੁਣੀ ਹੈ। ਜਿਹੜਾ ਬੰਦੀ ਛੋੜ ਦਿਵਸ ਆਪਾਂ ਜਿਹੜਾ ਮਨਾਉਂਦੇ ਆ ਇਸੇ ਕਰਕੇ ਬੰਦੀ ਛੋੜ ਦਿਵਸ 52 ਕਲੀਆਂ ਵਾਲਾ ਕਿਵੇਂ ਚੋਲਾ ਬਣਾਇਆ, ਕਿਵੇਂ ਗੁਰੂ ਸਾਹਿਬ ਉੱਥੋਂ ਉਹਨਾਂ ਨੂੰ ਛਡਾ ਕੇ ਲਿਆਏ। ਉਹ ਰਾਜੇ ਸੀਗੇ 52 ਕੋ, ਉਹਨਾਂ ਦੇ ਵਿੱਚ ਕੁਝ ਆਮ ਹੋਰ ਵੀ ਸੀਗੇ ਸਿਆਸੀ ਕੈਦੀ, ਰਾਜਿਆਂ ਤੋਂ ਬਿਨਾਂ ਇੰਨੇ ਰਾਜੇ ਨਹੀਂ ਸੀਗੇ। ਉਹ ਵੀ ਹੁਣ ਵੱਖਰੀਆਂ ਕਈ ਤਰ੍ਹਾਂ ਦੀਆਂ ਥਿਊਰੀਆਂ ਸਾਡੇ ਸਾਹਮਣੇ ਆਉਂਦੀਆਂ ਹੈਗੀਆਂ ਆ। ਪਰ ਜਿਹੜਾ ਅੱਜ ਦਾ ਆਪਣਾ ਮੇਨ ਮੁੱਦਾ ਹੈਗਾ ਆ ਵੀ ਉਹ ਅਖੀਰ ਸਾਈਂ ਮੀਆਂ ਮੀਰ ਦੇ ਕਹਿਣ ਦੇ ਉੱਤੇ ਜਾਂ ਰਾਜੇ ਦੇ ਪਰਿਵਾਰ ਦੇ ਵਿੱਚੋਂ ਵੀ ਕਹਿਣ ਦੇ ਉੱਤੇ ਜਾਂ ਹੋਰ ਉਹਦੇ ਸਲਾਹਕਾਰਾਂ ਦੇ ਕਹਿਣ ਤੇ ਗੁਰੂ ਸਾਹਿਬ ਦੀ ਰਿਹਾਈ ਦਾ ਦਿਨ ਆ ਜਾਂਦਾ ਆ। ਔਰ ਉਸ ਰਿਹਾਈ ਦੀ ਤਰੀਕ ਦੇ ਬਾਰੇ ਵੀ ਸਾਡੇ ਵਿੱਚ ਮਤਭੇਦ ਹੈਗੇ ਆ ਜੀ। ਹੁਣ ਜਦੋਂ ਅਸੀਂ ਇੱਕ ਕਿਤਾਬ ਸਾਨੂੰ ਮਿਲਦੀ ਹੈਗੀ ਆ, ਉਹਦਾ ਨਾਂ ਆ ਗੁਰੂ ਕੀਆਂ ਸਾਖੀਆਂ। ਇਹ ਜਿਹੜੇ ਭੱਟ
ਭੱਟ ਸੀਗੇ ਉਹ ਬਈਆਂ ਲਿਖਦੇ ਹੁੰਦੇ ਸੀਗੇ, ਔਰ ਉਹਨਾਂ ਦਾ ਇੱਕ ਭੱਟ ਨਾਲ ਨਹੀਂ ਸੀਗੇ ਕਿਤੇ ਵੀ ਫਿਰਦੇ। ਜਦੋਂ ਉਹਨਾਂ ਕੋਲ ਸੂਚਨਾ ਪਹੁੰਚਦੀ ਸੀ ਉਸ ਵੇਲੇ ਉਹ ਸੂਚਨਾ ਨੂੰ ਉਹ ਦਰਜ ਕਰ ਲੈਂਦੇ ਸੀਗੇ। ਇੱਥੇ ਇਹ ਉਹਨਾਂ ਦੇ ਇਤਿਹਾਸ ਦੇ ਵਿੱਚ ਜਿਹੜਾ ਇੱਕ ਕਮੀ ਰਹਿ ਗਈ ਆ ਜਾਂ ਨੁਕਸ ਆ ਜਾਂ ਤਰੀਕਾਂ ਦੀ ਹੇਰ-ਫੇਰ ਆਉਂਦਾ, ਉਹਦੇ ਲਈ ਸਾਡਾ ਇਹ ਗੱਲ ਦਾ ਜਾਣਨਾ ਵੀ ਬਹੁਤ ਜ਼ਰੂਰੀ ਹੈਗਾ ਆ। ਹੁਣ ਜਿਹੜੀ ਪਿਆਰਾ ਸਿੰਘ ਪਦਮ ਨੇ ਭੱਟ ਬਈਆਂ ਦੀ ਕਿਤਾਬ ਨੂੰ ਤਰਤੀਬ ਦਿੱਤੀ ਹੈਗੀ ਆ, ਹੋਰ ਵੀ ਇੱਕ ਦੋ ਗਿਆਨੀ ਗਰਜਾ ਸਿੰਘ ਨੇ ਵੀ ਇਸ ਤੇ ਕੰਮ ਕੀਤਾ ਆ। ਉਹਦੇ ਮੁਤਾਬਕ ਜੇ ਅਸੀਂ ਇਹ ਦੇਖੀਏ ਉਹ ਲਿਖਦਾ ਹੈਗਾ ਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹੱਲਾ ਛਟਾ, ਬੇਟਾ ਗੁਰੂ ਅਰਜਨ जी का सोढ़ी खत्री चक, गुरु का परगना नजरियाला, सम्मत 1676 कत्तक मासे कृष्णा पखे 14 के द्यों, गुरु जी 52 राजियों के गैल गढ़ ग्वालियर से बंधन मुक्त हुए। अच्छा, 14 कत्तक 14। हाँ जी। नायक हरिदास दरोगा, बेटा नायक हरवंश लाल का चंद्रवंशी यादव बढ़तिया, कनावत ने बंदी छोड़ गुरु हरगोबिंद सिंह जी के बंधन मुक्त होने की खुशी में दीप माला की जी। एक दिन नायक हरिदास के गृह में के निवास में ग्वालियर में बताई ते उत्थों बधाई लई रास्ते का पंध मुकाए आगरे आए निवास किया जी। ਇਹ ਜਿਹੜੀਆਂ ਇੱਥੇ ਚਾਰ ਕਹਾਣੀਆਂ ਦਿੱਤੀਆਂ ਆ ਉਹ ਚਾਰੇ ਵੱਖਰੀਆਂ ਭੱਟ ਬਈਆਂ ਦੇ ਵਿੱਚੋਂ ਦਿੱਤੀਆਂ ਹੈਗੀਆਂ ਉਹਨੇ। ਇਹ ਭੱਟ ਬਈ ਹੈਗੀ ਆ ਜਾਦੋ ਬੰਸੀਆ ਦੀ ਜੀ। ਹੁਣ ਇੱਥੇ ਸਵਾਲ ਇੱਕ ਪੈਦਾ ਹੋ ਜਾਂਦਾ ਆ ਬਈ ਆ ਜਿਹੜੀ ਹੈਗੀ ਆ ਤਰੀਕ ਦਿੱਤੀ ਹਾਂਜੀ ਤੇ ਸਾਲ ਦਿੱਤਾ ਆ 26 ਅਕਤੂਬਰ 1619 ਈਸਵੀ ਬਣਦੀ ਹੈਗੀ ਆ ਕੱਤਕ ਮਾਸੇ 14 ਕੇ ਦਿਨ। ਜਿਹੜਾ ਭੈਣ ਜੀ ਨੇ ਸਵਾਲ ਕੀਤਾ ਹੈਗਾ ਇਹਦਾ ਜਵਾਬ ਮੈਂ ਅਖੀਰ ਚ ਦਊਂਗਾ, ਪਰ ਇੱਥੇ ਵੀ ਜਿਹੜਾ ਕੱਤਕ ਮਾਸੇ 14 ਦਾ ਆ ਗਿਆ ਜ਼ਿਕਰ ਤੇ ਕੱਲ ਨੂੰ ਵੀ ਕੱਤਕ ਮਾਸੇ 14 ਹੈਗੀ ਆ। ਮੱਸਿਆ ਨੂੰ ਦੀਵਾਲੀ ਨਾ ਕੱਲ ਸੀ, ਕੱਲ ਨੂੰ ਆਉਣੀ ਆ ਤੇ ਨਾ ਉਦਣ ਸੀਗੀ। ਇਹਦਾ ਕਾਰਨ ਆਪਾਂ ਬਾਅਦ ਚ ਜਾ ਕੇ ਫਿਰ ਕਰਦੇ ਹਾਂ। ਅੱਛਾ, ਨਾ ਉਦੋਂ ਸੀ ਤੇ ਨਾ ਕੱਲ ਸਵਾਲ ਪੈਦਾ ਹੁੰਦਾ ਆ ਵੀ ਜੇ ਉਸ ਦਿਨ 14 ਨੂੰ ਦੀਵਾਲੀ ਸੀਗੀ ਪਰ ਉਹਨਾਂ ਨੇ ਸਿਰਫ ਇਹ ਜ਼ਿਕਰ ਕੀਤਾ ਆ ਵੀ ਗਵਾਲੀਅਰ ਦੇ ਵਿੱਚ ਸਿਰਫ ਹਰੀਦਾਸ ਨੇ ਦੀਵੇ ਜਗਾਏ ਆ। ਜੇ ਦੀਵਾਲੀ ਹੁੰਦੀ ਤਾਂ ਫਿਰ ਜਾਂ ਕਹਾਣੀ ਜੇ ਸਹੀ ਲਿਖਦਾ ਤੇ ਫਿਰ ਤੇ ਸਾਰੇ ਗਵਾਲੀਅਰ ਨੇ ਹੀ ਦੀਵੇ ਦੀਵਾਲੀ ਦੀ ਕਰਕੇ ਹੀ ਜਗਾਉਣੇ ਸੀਗੇ। ਗੁਰੂ ਜੀ ਦੀ ਅੱਧਿਆਂ ਨੂੰ ਖੁਸ਼ੀ ਹੁੰਦੀ, ਅੱਧਿਆਂ ਨੂੰ ਨਾ ਵੀ ਹੁੰਦੀ, ਉਹ ਇੱਕ ਵੱਖਰਾ ਵਿਸ਼ਾ ਸੀ। ਬਿਲਕੁਲ। ਪਰ ਦੀਵਿਆਂ ਦਾ ਜ਼ਿਕਰ ਇੱਥੇ ਜਿਹੜਾ ਸਿਰਫ ਉਹ ਹਰੀਦਾਸ ਦਰੋਗੇ ਦੇ ਆਂਦਾ ਹੀ ਆ। ਏਦਾਂ ਜਦੋਂ ਤੁਸੀਂ ਕਿਸੇ ਵੀ ਕਹਾਣੀ ਦੀ ਥੋੜੀ ਜੀ ਐਨਕਾਂ ਲਾ ਕੇ ਉਹਨੂੰ ਪੜ੍ਹਦੇ ਆ ਤੇ ਕਈ ਸ਼ੰਕੇ ਸ਼ੁਬੇ ਤੁਹਾਡੇ ਸਾਹਮਣੇ ਆ ਜਾਂਦੇ ਆ ਤੇ ਫਿਰ ਉਹ ਅੱਖਾਂ ਮੀਟ ਕੇ ਕਿਸੇ ਵੀ ਗੱਲ ਤੇ ਯਕੀਨ ਕਰਨ ਤੋਂ ਪਹਿਲਾਂ ਤੁਹਾਨੂੰ ਹੋਰ ਕਈ ਪਾਸੇ ਸੋਚਣਾ ਪੈਂਦਾ ਆ। ਓਕੇ, ਇਹਨੂੰ ਥੋੜਾ ਜਿਹਾ ਕਲੀਅਰ ਕਰ ਦਿਓ। ਜਿਹੜਾ ਸਵਾਲ ਬੀਬਾ ਬਲਜਿੰਦਰ ਕੌਰ ਜੀ ਨੇ ਕਿਹਾ ਹੈ ਉਹ ਸਵਾਲ, ਤੇ ਨਾਲ ਦੀ ਨਾਲ ਸਿੱਖ ਜਿਹੜਾ ਬੰਦੀ ਛੋੜ ਦਿਵਸ ਮਨਾਉਂਦੇ ਆ ਦੀਵਾਲੀ ਵਾਲੇ ਦਿਨ, ਇਹ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਹੈ ਉਹਦੇ ਮੁਤਾਬਕ ਸਦਾਪਾਲ ਸਿੰਘ ਪੁਰੇਵਾਲ ਤੇ ਤੁਹਾਡੀ ਬੜੀ ਮਿਹਨਤ ਹੋਈ ਹੈ। ਪਿਛਲੇ ਵਰੇ ਸ਼ਿਕਾਗੋ ਦੇ ਵਿੱਚ ਬੜੀ ਵੱਡੀ ਇੱਕ ਕਨਵੈਨਸ਼ਨ ਹੋਈ ਸੀ, ਉਹਦੇ ਵਿੱਚ ਕੁਝ ਕੁ ਤਰੀਕਾਂ ਦਾ ਐਲਾਨ ਕੀਤਾ ਸੀ। ਜਿਹੜੀ ਮੂਲ ਨਾਨਕਸ਼ਾਹੀ ਕੈਲੰਡਰ ਅਕਾਲ ਤਖਤ ਸਾਹਿਬ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਸ਼੍ਰੋਮਣੀ ਅਕਾਲੀ ਦਲ ਤੇ ਉਦੋਂ ਦੀਆਂ ਸਾਰੀ ਜਥੇਬੰਦੀਆਂ ਨੇ ਅਪਰੂਵ ਕੀਤਾ ਸੀ। 2003 ਤੋਂ ਲੈ ਕੇ 2010 ਤੱਕ ਲਾਗੂ ਵੀ ਰਿਹਾ ਤੇ ਉਹਦੇ ਵਿੱਚ 3 ਤਰੀਕਾਂ ਫਿਕਸ ਕਰਨ ਵਾਲੀਆਂ ਸਨ। ਉਹ ਤਰੀਕਾਂ 2020 ਦੇ ਵਿੱਚ ਫਿਕਸ ਕਰਨੀਆਂ ਸੀ। ਉਹ ਤੁਸੀਂ ਤਰੀਕਾਂ ਜਿਹੜੀਆਂ ਫਿਕਸ ਕੀਤੀਆਂ ਨੇ, ਬੰਦੀ ਛੋੜ ਦਿਵਸ ਅਸਲ ਦੇ ਵਿੱਚ ਹੈ ਕਿਹੜੇ ਦਿਹਾੜੇ? ਚੰਗੀ ਗੱਲ ਹੈ ਕਿ ਅੱਜ ਲੋਕ ਦੀਵਾਲੀ ਦੇ ਬਹਾਨੇ ਇਕੱਠੇ ਮਨਾਉਂਦੇ ਆ ਔਰ ਜਸ਼ਨ ਇਕੱਠੇ ਮਨਾਏ ਜਾਂਦੇ ਆ। ਦੀਪਮਾਲਾ ਕੱਲ ਅੰਮ੍ਰਿਤਸਰ ਦੇ ਵਿੱਚ ਵੀ ਹੋਏਗੀ, ਕਾਫੀ ਪ੍ਰਦੂਸ਼ਣ ਫੈਲੇਗਾ। ਤੇ ਤੁਸੀਂ ਥੋੜ੍ਹਾ ਜਿਹਾ ਇਸ ਨੂੰ ਕਲੀਅਰ ਕਰੋ ਕਿ ਅਸਲ ਦੇ ਵਿੱਚ ਜਿਹੜਾ ਕੈਲੰਡਰ ਐਕਸਪਰਟ ਕੀ ਕਹਿੰਦੇ ਨੇ ਕਿ ਗੁਰੂ 6ਵੇਂ ਪਾਤਸ਼ਾਹ ਕਦੋਂ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋਏ ਸਨ? ਉਹਦਾ ਇਹ ਹੈਗਾ ਜੀ ਬਈ ਇਹ ਜਿਹੜੀਆਂ ਭੱਟ ਬਈਆਂ ਹੈਗੀਆਂ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਆ ਵੀ ਇਹ ਘਰ ਬੈਠ ਕੇ ਲਿਖੀਆਂ ਜਾਂਦੀਆਂ ਸੀਗੀਆਂ, ਪਰ ਇਹਦੇ ਨਾਲ ਦੀ ਨਾਲ ਜਿਹੜਾ ਮੌਕੇ ਦਾ ਬਾਦਸ਼ਾਹ ਸੀਗਾ ਉਹਦੀ ਡਾਇਰੀ ਜਿਹੜੀ ਲਿਖਣ ਵਾਲੇ ਸੀ ਉਹ ਬਾਦਸ਼ਾਹ ਦੇ ਨਾਲ ਨਾਲ ਚੱਲਦੇ ਸੀਗੇ ਜੀ। ਤੁਝ ਕੇ ਜਹਾਂਗੀਰੀ ਉਹਦੇ ਵਿੱਚੋਂ ਇਹ ਜਿਹੜੇ ਤੁਸੀਂ ਤਰੀਕ ਦਾ ਜ਼ਿਕਰ ਕੀਤਾ ਹੈਗਾ ਆ,
ਉਹਦਾ ਆਸਰਾ ਲੈ ਕੇ, ਭੱਟ ਬਈਆਂ ਦਾ ਆਸਰਾ ਲੈ ਕੇ ਇਹਦੇ ਉੱਤੇ ਡਾਕਟਰ ਬਲਵੰਤ ਸਿੰਘ ਢਿੱਲੋਂ ਨੇ ਵੀ ਕਾਫੀ ਕੰਮ ਉਹਨਾਂ ਨੇ ਆਪਣੇ ਤੌਰ ਤੇ ਖੋਜ ਦਾ ਕੀਤਾ। ਪਾਲ ਸਿੰਘ ਪੁਰਿਆਲ ਨੇ ਵੀ ਤਰੀਕਾਂ ਲੱਭੀਆਂ, ਹੋਰ ਵੀ ਕੈਲੰਡਰ ਕਮੇਟੀ ਦੇ ਵਿੱਚ ਇਤਿਹਾਸਕਾਰ ਵੀ ਸੀਗੇ। ਉਹਨਾਂ ਤਰੀਕਾਂ ਨੂੰ ਲੈ ਕੇ ਨਾਲ ਇੱਧਰੋਂ ਜੋ ਕੁਝ ਹੋਰ ਪਾਸਿਓਂ ਸਾਨੂੰ ਮਿਲਦਾ ਸੀਗਾ ਤੇ ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਕੀ ਸੰਭਵ ਹੋ ਸਕਦਾ ਆ, ਕਿਉਂਕਿ ਭੱਟ ਬਈਆਂ ਦੇ ਵਿੱਚ ਵੀ ਜਿਹੜਾ ਹੈਗਾ ਆ ਗੁਰੂ ਸਾਹਿਬ ਦਾ ਬਾਦਸ਼ਾਹ ਦੇ ਨਾਲ ਨਾਲ ਕਲਾਨੌਰ ਤੱਕ ਆਉਣਾ, ਉਹ ਭੱਟ ਬਈਆਂ 'ਚ ਵੀ ਲਿਖਿਆ ਤੇ ਪਿਆਰਾ ਸੋ ਪਦਮ ਵੀ ਲਿਖਦਾ ਵੀ ਗੁਰੂ ਸਾਹਿਬ ਦੀ ਰਿਹਾਈ ਇੱਥੇ ਹੋਈ ਸੀਗੀ ਕਲਾਨੌਰ ਤੋਂ। ਅੱਛਾ, ਇਹ ਹੁਣ ਕਿੰਨੀ ਸਹੀ ਆ ਗੱਲ, ਉਹ ਫੇਰ ਇਤਿਹਾਸਕਾਰਾਂ ਦੇ ਖੋਜ ਦਾ ਵਿਸ਼ਾ ਆ ਜਾਂਦਾ। ਪਰ ਜਿਹੜੀ ਜਹਾਂਗੀਰ ਦੀ ਡਾਇਰੀ ਦੇ ਮੁਤਾਬਕ ਉਹ ਕਲਾਨੌਰ ਆਉਂਦਾ ਆ, ਗੁਰੂ ਸਾਹਿਬ ਉਹਦੇ ਨਾਲ ਕਲਾਨੌਰ ਆਉਂਦੇ ਆ ਔਰ ਇੱਥੇ ਸਾਈਂ ਮੀਆਂ ਮੀਰ ਜੀ ਬਾਦਸ਼ਾਹ ਨੂੰ ਮਿਲਦੇ ਆ। ਇਹਨਾਂ ਦੇ ਵੱਖਰੇ ਵੱਖਰੇ ਕੈਂਪ ਹੁੰਦੇ ਆ ਤੇ ਪੱਕੀ ਗੱਲ ਹੈਗੀ ਆ ਵੀ ਉਹ ਤੁਝਕੇ ਜਹਾਂਗੀਰੀ 'ਚ ਇਹਦਾ ਜ਼ਿਕਰ ਨਹੀਂ ਸੀ ਆਉਣਾ, ਕਿਉਂਕਿ ਦੂਜੇ ਕੈਂਪ 'ਚ ਕੀ ਹੁੰਦਾ ਉਹਨਾਂ ਦਾ ਸੰਬੰਧ ਨਹੀਂ, ਭੱਟ ਬਈਆਂ 'ਚ ਇਹਦਾ ਜ਼ਿਕਰ ਨਹੀਂ। ਪਰ ਹੁਣ ਇੱਕ ਗੱਲ ਸਾਡੇ ਉਹ ਸੋਚਣ ਦੀ ਹੈਗੀ ਆ, ਕਾਮਨ ਸੈਂਸ ਦੀ, ਕਿ ਆਪਾਂ ਗੱਲ ਹੀ ਨਹੀਂ ਇੱਧਰ ਬਈ ਉਸ ਵੇਲੇ ਗੁਰੂ ਸਾਹਿਬ ਨੂੰ ਸਾਈਂ ਮੀਆਂ ਮੀਰ ਜੀ ਗੁਰੂ ਸਾਹਿਬ ਨੂੰ ਵੀ ਜ਼ਰੂਰ ਮਿਲੇ ਹੋਣਗੇ ਕਲਾਨੌਰ, ਜਦੋਂ ਉਹ ਬਾਦਸ਼ਾਹ ਨੂੰ ਮਿਲਣ ਉੱਥੇ ਆਉਂਦੇ ਆ। ਹਾਂਜੀ, ਅੱਛਾ, ਉਹ ਕਹਾਣੀਆਂ ਜਿਹੜੀਆਂ 3-4 ਵੱਖਰੀਆਂ ਵੱਖਰੀਆਂ ਤੋਂ ਪਿਆਰਾ ਸੋ ਪਦਮ ਨੇ ਇਕੱਠੀਆਂ ਕੀਤੀਆਂ, ਉਹਨਾਂ ਦੇ ਮੁਤਾਬਕ ਵੀ ਤਰੀਕਾਂ ਦਾ ਫਰਕ ਪੈ ਜਾਂਦਾ, ਪਰ ਉਹ ਕਹਾਣੀ ਉਵੇਂ ਹੀ ਚੱਲਦੀ ਹੈ ਕਿ ਕਲਾਨੌਰ ਤੋਂ ਗੁਰੂ ਸਾਹਿਬ ਆਪਣੇ ਤਾਇਆ ਜੀ ਦੀ ਮਕਾਨ ਦੇਣ ਲਈ ਹੇਰਾਂ ਨੂੰ ਜਾਂਦੇ ਆ ਜੀ। ਕਲਾਨੌਰ ਜਿਹੜਾ ਹੈਗਾ ਆ ਇਹ ਗੁਰਦਾਸਪੁਰ ਦੇ ਨੇੜੇ ਤੇੜੇ ਹੈਗਾ ਆ, ਤੇ ਜਿਹੜੀਆਂ ਹੇਰਾਂ ਹੈਗੀਆਂ ਆ ਇਹ ਕੋਟ ਲਖਪਤ ਰੇਲਵੇ ਸਟੇਸ਼ਨ ਜਿਹੜਾ ਆ ਲਾਹੌਰ ਦੇ ਵਿੱਚ ਹੀ ਆ, ਹੁਣ ਤਾਂ ਇਹ ਲਾਹੌਰ ਆ ਜੀ। ਉੱਥੇ ਤਾਏ ਦੀ ਮਕਾਨ ਦੇ ਕੇ ਤੇ ਫਿਰ ਉਹ ਉੱਥੋਂ ਅੰਮ੍ਰਿਤਸਰ ਨੂੰ ਆਉਂਦੇ ਆ ਗੁਰੂ ਸਾਹਿਬ ਜੀ। ਤੇ ਜਦੋਂ ਇਹ ਜਿਹੜਾ ਸਮਾਂ ਹੈਗਾ ਆ ਉਹ ਘੋੜਿਆਂ ਤੇ ਜਾਣ ਦਾ ਸੀਗਾ, ਤੇ ਉਹ ਬਿਲਕੁਲ ਥੋੜਾ ਹੀ ਸਮਾਂ ਆ, ਇੱਕ ਦਿਨ ਦਾ ਸਫ਼ਰ ਹੈਗਾ ਆ ਜੀ। ਤੇ ਉਦੋਂ ਮੋਹਰੇ ਜਿਹੜੀ ਆਉਂਦੀ ਹੈਗੀ ਆ ਦੀਵਾਲੀ ਆਉਂਦੀ ਆ ਫੱਗਣ ਦੀ। ਤੇ ਉੱਥੋਂ ਫਿਰ ਕਿਉਂਕਿ ਗੁਰੂ ਸਾਹਿਬ ਪਰਿਵਾਰ ਦੇ ਨਾਲੋਂ ਵੀ ਵਿਛੜੇ ਹੋਏ ਸੀ, ਜੇਲ੍ਹ 'ਚ ਰਹਿ ਕੇ ਆਏ ਸੀਗੇ, ਜੇ ਗੁਰੂ ਸਾਹਿਬ ਨੂੰ ਨਹੀਂ ਆਊਗਾ, ਚੜ੍ਹਦੀ ਕਲਾ ਸੀਗੀ, ਪਰਿਵਾਰ ਸਿੱਖਾਂ ਨੂੰ ਸੂਚਨਾਵਾਂ ਪਹੁੰਚ ਗਈਆਂ ਸੀਗੀਆਂ। ਤੇ ਉਹ ਸਾਰੀਆਂ ਚੀਜ਼ਾਂ ਦਾ ਉਸ ਨਕਸ਼ੇ ਦਾ ਲੈ ਕੇ ਅੰਦਾਜ਼ਾ ਲਾ ਕੇ ਤੇ ਫਿਰ ਇਹ ਵਿਦਵਾਨਾਂ ਨੇ, ਕੈਲੰਡਰ ਕਮੇਟੀ ਜਿੰਨੇ ਵੀ ਇਤਿਹਾਸਕਾਰ ਤੇ ਹੋਰ ਸਾਰੇ ਸੀਗੇ, ਉਹਨੇ ਫੈਸਲਾ ਕੀਤਾ ਸੀਗਾ ਬਈ ਜੀ ਤੇ ਗੁਰੂ ਸਾਹਿਬ ਹੈ ਜਿਹੜੇ, ਕਿਉਂਕਿ ਸੰਗਰਾਂਦ ਦੇ ਉੱਤੇ ਭਾਵੇਂ ਉਹ ਸੂਰਜ ਦੀ ਪੂਜਾ ਆ ਜਾਂ ਕੁਛ ਵੀ ਆ, ਉਸ ਵੇਲੇ ਦੇ ਸਾਧਨਾਂ ਦੇ ਮੁਤਾਬਕ ਵਿਸਾਖੀ, ਦੀਵਾਲੀ ਜਾਂ ਸੰਗਰਾਂਦਾਂ ਇਹ ਚੇਤੇ ਰਹਿੰਦੀਆਂ ਸੀਗੀਆਂ ਆਮ ਲੋਕਾਂ ਨੂੰ, ਪੁੰਨਿਆ ਤੇ ਮੱਸਿਆ, ਜਿਵੇਂ ਅੱਜ ਆਪਾਂ ਨੂੰ ਤਰੀਕਾਂ ਯਾਦ ਰਹਿ ਜਾਂਦੀਆਂ, ਤੇ ਇਹਨਾਂ ਦਿਨਾਂ ਤੇ ਹੀ ਇਕੱਠ ਹੁੰਦੇ ਸੀਗੇ। ਹਾਂਜੀ, ਤੋਂ ਇਹ ਸਾਰੇ ਹਾਲਾਤਾਂ ਦੇ ਮੁਤਾਬਕ ਉਹਨਾਂ ਨੇ ਇਹ ਫੈਸਲਾ ਕੀਤਾ ਸੀਗਾ ਵੀ ਉੱਥੋਂ ਗੁਰੂ ਸਾਹਿਬ ਬਾਦਸ਼ਾਹ ਦੀ ਡਾਇਰੀ ਦੇ ਮੁਤਾਬਕ ਜੇ 21-22 ਤਰੀਕ ਨੂੰ ਵੀ ਬਾਦਸ਼ਾਹ ਉੱਥੋਂ ਤੁਰ ਪੈਂਦਾ ਆ, ਤੇ ਫਿਰ ਗੁਰੂ ਸਾਹਿਬ ਵੀ ਉਦੋਂ ਤੁਰ ਪਏ ਹੋਣਗੇ, ਹੇਰਿੰਗ ਆਏ ਹੋਣਗੇ, ਹੇਰਾਂ ਤੋਂ ਮੁੜ ਕੇ ਅੰਮ੍ਰਿਤਸਰ ਆ ਗਏ। ਤੇ ਫਿਰ ਜ਼ਰੂਰੀ ਆ ਵੀ ਜਿੱਦਣ ਉੱਥੇ ਸੰਗਤ ਦਾ ਇਕੱਠ ਉੱਥੇ ਹੋਇਆ ਹੋਊਗਾ ਤੇ ਉਸ ਦਿਨ ਗੁਰੂ ਸਾਹਿਬ ਉੱਥੇ ਪਹੁੰਚ ਗਏ ਹੋਣਗੇ। ਇਹਨਾਂ ਹਾਲਾਤਾਂ ਦੇ ਆਧਾਰ ਦੇ ਉੱਤੇ ਉਹਨਾਂ ਨੇ ਜਿਹੜੀ ਫੱਗਣ ਦੀ ਹੈਗੀ ਆ ਸੰਗਰਾਂਦ ਦੀ ਤਰੀਕ ਕੱਢੀ ਸੀਗੀ, ਜਿਹੜੀ ਉਦੋਂ ਇਹ ਜਨਵਰੀ ਦੇ ਵਿੱਚ ਆਉਂਦੀ ਸੀਗੀ, 27-28 ਜਨਵਰੀ ਨੂੰ ਜੂਲੀਅਨ ਦੇ ਹਿਸਾਬ ਨਾਲ। ਅੱਜ ਕੱਲ ਉਹ 12 ਫਰਵਰੀ ਬਣਦੀ ਆ। ਇੱਕ ਤੇ ਤੁਹਾਡਾ ਇਹ ਸਵਾਲ ਹੈਗਾ, ਹਾਲੇ ਖੁੱਲਾ ਹੈਗਾ ਆ ਵੀ ਜੇ ਕੋਈ ਇੱਥੇ ਹੋਰ ਕੋਈ ਇਤਿਹਾਸਿਕ ਖੋਜ ਆਉਂਦੀ। ਸੋ ਜਿਹੜੀ ਬੰਦੀ ਛੋੜ ਦਿਵਸ ਹੈ ਉਹ 12 ਫਰਵਰੀ ਦਾ ਬਣਦਾ ਐਕਚੁਅਲੀ। ਹਾਂਜੀ, ਕਿਉਂਕਿ ਜਿਹੜੀ ਦੀਵਾਲੀ ਆ ਨਾ ਉਸ ਸਾਲ ਉਹ ਤੇ ਪਹਿਲਾਂ ਲੰਘ ਚੁੱਕੀ ਆ, ਜਿਵੇਂ ਆਪਾਂ ਗੱਲ ਕੀਤੀ ਹੈਗੀ ਆ, ਉਹ 26 ਅਕਤੂਬਰ ਦੀ ਲੰਘ ਚੁੱਕੀ ਆ ਦੀਵਾਲੀ ਤਾਂ। ਜੇ ਭੱਟ ਬਈਆਂ ਦੇ ਵਿੱਚ ਲਿਖੀ ਕਹਾਣੀ ਸਹੀ ਆ ਤਾਂ 26 ਦੀਵਾਲੀ ਨੂੰ ਜਾਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ, ਜੇ 14 ਨੂੰ ਦੀਵਾਲੀ ਸੀ ਤਾਂ ਗੁਰੂ ਸਾਹਿਬ ਤੇ ਆ ਗਏ ਸੀਗੇ ਉਸ ਵੇਲੇ ਜੀ। ਸੋ ਇਹ ਹਾਲਾਤਾਂ ਦੇ ਕਰਕੇ ਇਹ ਦਿਨ ਹਾਲੇ ਉਹ ਖੁੱਲਾ ਛੱਡਿਆ ਸੀਗਾ ਵੀ ਕੋਈ ਹੋਰ ਖੋਜ ਆ ਜਾਏ। ਪਰ ਉਹ ਬਜਾਏ ਇਸ ਦੇ ਵੀ ਅਸਾਰੂ ਤਰੀਕੇ ਦੇ ਨਾਲ ਆ ਜਿਹੜੀਆਂ ਆਪਾਂ ਗੱਲਾਂ ਕਰਦੇ ਆ, ਕਿੰਨਾ ਫਾਸਲਾ ਕਿੱਧਰੋਂ ਆਏ, ਕਿਹਨੂੰ ਗਏ, ਇਤਿਹਾਸ ਨੂੰ ਦੇਖ ਕੇ ਉਹ ਤਰੀਕ ਤੇ ਕੋਈ ਤੱਥ ਸਾਹਮਣੇ ਪੇਸ਼ ਕਰਨ ਦੀ ਬਜਾਏ ਜਿਹੜੇ ਵਿਰੋਧੀ ਆ ਉਹ ਉੱਕਾ ਪੁੱਕਾ ਵਿਰੋਧ ਹੀ ਕਰਨ ਲੱਗ ਪਏ। ਤੇ ਹੁਣ ਜਿਹੜਾ ਤੁਹਾਡਾ ਦੂਜਾ ਸਵਾਲ ਹੈਗਾ ਆ ਉਹ ਬੜਾ ਦਿਲਚਸਪ ਹੈਗਾ ਆ, ਤੇ ਸਮਾਂ ਜਿੰਨਾ ਕੁ ਇਜਾਜ਼ਤ ਦਿੰਦਾ ਮੈਂ 3 ਮਿੰਟ ਰਹਿ ਗਏ ਜੀ। 3 ਮਿੰਟਾਂ ਦੇ ਵਿੱਚ ਸਾਰੀ ਗੱਲਬਾਤ ਆਪਾਂ ਸਮ ਅਪ ਕਰਨੀ ਹੈ ਜੀ। ਹਾਂਜੀ, ਮੋਟੇ ਤੌਰ ਦੇ ਉੱਤੇ ਆਪਾਂ ਮੰਨ ਕੇ ਚੱਲਦੇ ਹਾਂ ਕਿ ਕੱਤਕ ਦੀ ਮੱਸਿਆ ਨੂੰ ਦੀਵਾਲੀ ਹੁੰਦੀ ਆ। ਜਿਹੜਾ ਚੰਦ ਆ ਇਹ ਧਰਤੀ ਦੇ ਦੁਆਲੇ ਘੁੰਮਦਾ ਆ, ਇਹਦੀਆਂ 30 ਤਿੱਥਾਂ ਆ, 12 ਡਿਗਰੀ ਦੀ ਇੱਕ ਤਿੱਥ ਹੁੰਦੀ ਆ, ਤੇ ਇਹ ਸਵੇਰ ਨੇ ਸੂਰਜ ਚੜ੍ਹਨ ਵੇਲੇ ਗਿਣੀ ਜਾਂਦੀ ਆ ਕਿ ਅੱਜ ਤਿੱਥ ਕਿਹੜੀ ਆ।
ਜੀ ਬਹੁਤੀ ਵਾਰੀ ਇਹ ਹੁੰਦਾ ਆ ਵੀ ਸੂਰਜ ਚੜ੍ਹਨ ਤੋਂ ਕੁਝ ਟਾਈਮ ਬਾਅਦ ਹੀ ਉਹ ਤਿੱਥ ਖਤਮ ਹੋ ਜਾਂਦੀ ਆ, ਪਰ ਗਿਣੀ ਉਹ ਉਦਣ ਹੀ ਜਾਣੀ ਆ। ਇਸ ਸਾਲ ਵੀ ਜਿਹੜੀ ਮੱਸਿਆ ਦੀ ਤਿੱਥ ਹੈਗੀ ਆ ਉਹ ਐਤਵਾਰ ਨੂੰ 15 ਤਰੀਕ ਨੂੰ ਸਵੇਰ ਨੂੰ ਹੋਣੀ ਆ, ਪਰ ਉਹਨੇ ਜਿਹੜੀ ਖਤਮ ਹੋ ਜਾਣਾ ਆ 10:37 ਦੇ ਉੱਤੇ। ਸ਼ੁਰੂ ਇਹਨ ਹੋਣਾ ਹੈਗਾ ਆ 14 ਤਰੀਕ ਨੂੰ 2:18 ਦੇ ਉੱਤੇ। ਤੇ ਇਹਦੇ ਵਿੱਚ ਇੱਕ ਮਹੂਰਤ ਹੁੰਦਾ ਆ, ਹਿੰਦੂਆਂ ਦੇ ਕੈਲੰਡਰ ਦੇ ਮੁਤਾਬਕ ਮਹੂਰਤ ਸਭ ਤੋਂ ਮਹੱਤਵਪੂਰਨ ਚੀਜ਼ ਆ। 30 ਮਹੂਰਤ ਆ, ਇੱਕ ਘੜੀਆਂ ਦੇ ਹਿਸਾਬ ਨਾਲ ਪਹਿਲਾਂ ਹੁੰਦੇ ਸੀਗੇ, ਹੁਣ ਉਹਨਾਂ ਨੇ ਮਿੰਟਾਂ ਦੇ ਹਿਸਾਬ ਨਾਲ ਹੀ ਬਣਾ ਲਿਆ। 24 ਮਿੰਟਾਂ ਦੀ ਇੱਕ ਘੜੀ ਹੁੰਦੀ ਆ, 2 ਘੜੀਆਂ ਦਾ ਇੱਕ ਮਹੂਰਤ ਹੁੰਦਾ, 48 ਮਿੰਟ ਦਾ ਇੱਕ ਮਹੂਰਤ ਹੁੰਦਾ। ਉਸ ਸਮੇਂ ਦੇ ਵਿੱਚ ਪੂਜਾ ਹੋਣੀ ਆ ਲక్ష్ਮੀ ਦੇਵੀ ਦੀ ਜੀ। ਹੁਣ ਜੇ ਤਾਂ ਤਰੀਕਾਂ ਦੇ ਹਿਸਾਬ ਨਾਲ ਗਿਣੀਏ ਤੇ ਐਤਵਾਰ ਨੂੰ ਬਣਦੀ ਆ ਦੀਵਾਲੀ ਮੱਸਿਆ ਦੀ, ਪਰ ਉਹ ਕਿਉਂਕਿ ਐਤਵਾਰ ਦੀ ਸ਼ਾਮ ਨੂੰ ਉਹ ਮਹੂਰਤ ਨਹੀਂ ਹੋਣਾ ਤੇ ਉਹ ਮਹੂਰਤ ਹੋਣਾ ਹੈ ਸ਼ਨੀਚਰਵਾਰ ਦੀ ਸ਼ਾਮ ਨੂੰ, ਤੇ ਤਾਂ ਉਹਨਾਂ ਨੇ ਪਹਿਲਾਂ ਮਨਾ ਲੈਣੀ ਆ। ਹੁਣ ਜਿਹੜੇ ਸੱਜਣ ਕਹਿੰਦੇ ਆ ਵੀ ਚੰਦ ਬਾਹਮਣਿਆ ਕਿ ਸੂਰਜ ਬਾਹਮਣਿਆ, ਨਾ ਭਰਾਵੋ ਚੰਦ ਬਾਹਮਣਿਆ, ਨਾ ਮੱਸਿਆ ਬਾਹਮਣਿਆ, ਨਾ ਪੁੰਨਿਆ ਬਾਹਮਣਿਆ। ਬਾਹਮਣਵਾਦ ਆ ਵੀ ਬਾਹਮਣ ਕਹਿੰਦੇ ਆ ਵੀ ਅਸੀਂ ਮੱਸਿਆ ਨੂੰ ਨਹੀਂ, ਸਾਡਾ ਮਹੂਰਤ ਸ਼ਨੀਚਰਵਾਰ ਨੂੰ 7 ਵਜੇ ਆ ਸ਼ਾਮ ਨੂੰ, ਅਸੀਂ ਉਦੋਂ ਮਨਾਉਣੀ ਆ। ਸ਼੍ਰੋਮਣੀ ਕਮੇਟੀ ਕਹਿੰਦੀ ਠੀਕ ਆ ਜੀ, ਜੇ ਤੁਸੀਂ ਉਦੋਂ ਮਨਾਉਣੀ ਅਸੀਂ ਵੀ ਸ਼ਨੀਚਰਵਾਰ ਹੀ ਮਨਾ ਲਾਂਗੇ ਦੀਵਾਲੀ। ਫਿਰ ਆਹ ਬਾਹਮਣਵਾਦ ਆ। ਇਹਦੇ ਵਿੱਚ ਜਿਹੜਾ ਭੈਣ ਜੀ ਦਾ ਸਵਾਲ ਸੀਗਾ, ਮੇਰੇ ਖਿਆਲ ਉਹ ਸੰਖੇਪ ਚ ਸ਼ਾਇਦ ਕਲੀਅਰ ਨਹੀਂ ਕਰ ਸਕੇ, ਥੋੜੀ ਜਿਹੀ ਲੰਬਾ ਹੈ, ਪਰ ਫਿਰ ਵੀ ਵੀਰ ਜੀ ਇੱਕ ਜਾਂਦੇ ਜਾਂਦੇ ਆਖਰੀ ਸਵਾਲ, ਬੜਾ ਥੋੜੇ ਜਿਹੇ ਸ਼ਬਦਾਂ ਵਿੱਚ ਦੱਸਿਓ ਕਿ ਦਰਬਾਰ ਸਾਹਿਬ ਦੇ ਵਿੱਚ ਆਤਿਸ਼ਬਾਜ਼ੀ ਕਦੋਂ ਤੋਂ ਸ਼ੁਰੂ ਹੋਈ ਹੈ? ਕਿਉਂਕਿ ਇਹ ਕਹਿੰਦੇ ਖਾਸ ਦੀਵਾਲੀ ਤੇ ਹੀ ਹੁੰਦੀ ਹੈ, ਸੋ ਇਹ ਕਦੋਂ ਦੀ ਸ਼ੁਰੂ ਹੋਈ ਹੈ? ਜਾਂਦੇ ਜਾਂਦੇ ਇਹ ਵੀ ਇੱਕ ਵਾਰੀ ਮੇਰਾ ਸਵਾਲ ਕਲੀਅਰ ਕਰ ਦਿਓ ਜੀ। ਇਹਦੇ ਵਿੱਚ ਮੈਂ ਪਿੱਛੇ ਜਿਹਾ ਹੀ ਇੱਕ ਦਿਨ ਮੈਂ ਪੜ੍ਹ ਰਿਹਾ ਸੀਗਾ, ਤੇ ਦੀਵਾਲੀ ਤੇ ਵਿਸਾਖੀ ਦੇ ਉੱਤੇ ਇਕੱਠ, ਜਿੱਦਾਂ ਕਿਉਂਕਿ ਹੋਰ ਕੋਈ ਸਾਧਨ ਹੀ ਨਹੀਂ ਸੀਗੇ, ਇਹ ਤਾਂ ਸਾਡੇ ਹੁੰਦੇ ਹੈਗੇ ਆ ਪਹਿਲਾਂ ਤੋਂ ਜੀ। ਤੇ ਘਿਓ ਦੇ ਦੀਵੇ ਉਦੋਂ ਬਾਲੇ ਜਾਂਦੇ ਆ, ਤੇ ਜਿਹੜਾ ਗਨ ਪਾਊਡਰ ਆ ਇਹਦੀ ਸਾਨੂੰ ਅੱਜ ਤਰੀਕ ਲੱਭ ਪੈਂਦੀ ਆ, ਬੜੀ ਦੇਰ ਹੋ ਗਈ। ਇਹ ਆਪਣੇ 10ਵੇਂ ਗ੍ਰੰਥ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਆ ਗਨ ਪਾਊਡਰ ਦਾ। ਤੇ ਇਹ ਜਿਹੜੇ ਹੈਗੇ ਆ ਇਹ ਤੇ ਅੱਜ ਬਹੁਤ ਕਹਿ ਲਈਏ ਵੀ ਅੱਜ ਦੇ ਜ਼ਮਾਨੇ ਦੀਆਂ, ਅੰਗਰੇਜ਼ਾਂ ਦੇ ਹਿੰਦੁਸਤਾਨ ਦੇ ਵਿੱਚ ਆਉਣ ਤੋਂ ਕਿਤੇ ਬਾਅਦ ਦੀਆਂ ਗੱਲਾਂ ਆ ਇਹ ਸਾਰੀਆਂ ਹੀ। ਇਹਦਾ ਖਾਸ ਤਰੀਕ ਤਾਂ ਹੈ ਨਹੀਂ ਵੀ ਪਹਿਲੀ ਵਾਰੀ ਕਦੋਂ ਹੋਇਆ ਸੀਗਾ, ਪਰ ਗਨ ਪਾਊਡਰ ਕਦੋਂ ਆਇਆ ਉਹ ਅੰਗਰੇਜ਼ਾਂ ਦੇ ਆਉਣ ਨਾਲ ਆਇਆ। ਕੀ ਉਸ ਵੇਲੇ ਹੋਇਆ ਜਿਹੜਾ ਲੜਾਈਆਂ ਦੇ ਵਿੱਚ ਵਰਤਿਆ ਜਾਂਦਾ ਸੀਗਾ। ਸੋ ਇਹ ਪੁਰਾਣੀ ਗੱਲ ਕੋਈ ਨਹੀਂ ਹੈਗੀ, ਪਰ ਅੱਜ ਜੇ ਕੋਈ ਨਵੀਂ ਗੱਲ ਸ਼ੁਰੂ ਕਰ ਦਈਏ ਉਹ ਥੋੜੇ ਸਾਲਾਂ ਤੱਕ, ਅੱਜ ਸਾਡਾ ਜਿਹੜਾ ਕੋਈ ਇੰਨੀ ਸ਼ਰਧਾ ਦੇ ਨਾਲ ਵੀ ਕੰਮ ਕਰ ਦਈਏ ਫਿਰ ਉਹ ਥੋੜੇ ਸਾਲਾਂ ਦੀ ਸਾਡੀ ਰਵਾਇਤ ਬਣ ਜਾਂਦੀ ਆ ਜੀ। ਪਰ ਅੱਜ ਜਿਹੜਾ ਹੁਣ ਉੱਥੇ ਦੇ ਹਾਲਾਤ ਦੇ ਮੁਤਾਬਕ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਜਿਨ੍ਹਾਂ 'ਚ ਟੋਟਲੀ ਪਟਾਕੇ ਬੰਦ ਆ, ਉਹਨਾਂ ਦੇ ਵਿੱਚ ਇੱਕ ਅੰਮ੍ਰਿਤਸਰ ਵੀ ਆਉਂਦਾ ਆ ਅੱਜ ਦੀ ਤਰੀਕ 'ਚ ਜੀ। ਪਰ ਓਵਰਆਲ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਥੋੜਾ ਜਿਹਾ ਟਾਈਮ ਦੇ ਦਿੱਤਾ ਵੀ ਤੁਸੀਂ ਪਟਾਕੇ ਚਲਾ ਸਕਦੇ ਹੋ। ਹੁਣ ਉਹਨਾਂ ਨੇ ਵਿਚਾਰਲਾ ਜਿਹਾ ਫੈਸਲਾ ਕੀਤਾ ਵੀ ਅਸੀਂ ਸਗਨ ਦੇ ਤੌਰ ਤੇ ਪਟਾਕੇ ਕੁਝ ਮਿੰਟਾਂ ਲਈ ਆਤਿਸ਼ਬਾਜ਼ੀ ਕੀਤੀ ਜਾਊਗੀ ਸ਼੍ਰੋਮਣੀ ਕਮੇਟੀ। ਸੋ ਹੁਣ ਤੁਸੀਂ ਇਹ ਦੇਖ ਲਓ ਵੀ ਸ਼੍ਰੋਮਣੀ ਕਮੇਟੀ ਉਹ ਸਗਨ ਮਨਾਉਣ ਤੇ ਸਗਨ ਅਪ ਸਗਨ ਤੇ ਵੀ ਚੱਕਰ 'ਚ ਪੈ ਗਈ ਆ। ਤੇ ਕਾਨੂੰਨ ਕਹਿੰਦਾ ਵੀ ਨਹੀਂ ਚਲਾਉਣੇ, ਪਰ ਅਸੀਂ ਸਗਨ ਜ਼ਰੂਰ ਕਰਾਂਗੇ। ਪਤਾ ਵੀ ਉੱਥੇ ਕਿਹੜਾ ਕੋਈ ਪਰਚਾ ਦਰਜ ਹੋਣਾ। ਔਰ ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈਗਾ ਆ, ਉਹ ਤੁਸੀਂ ਕਿਸੇ ਦਿਨ ਜਸਵੀਰ ਸਿੰਘ ਪੱਟੀ ਨੂੰ ਵੀ ਪੁੱਛ ਲਿਓ। ਆਤਿਸ਼ਬਾਜ਼ੀ ਚਲਾਉਣੀ, ਹੋਰ ਕੰਮ ਹੋਣੇ, ਖੰਡ ਪਾਠਾਂ ਦੀਆਂ ਬੁਕਿੰਗ ਹੋਣੀਆਂ, ਦੇਗ ਦੀਆਂ ਬੜੇ ਤਰ੍ਹਾਂ ਦੇ ਰੌਲੇ ਆਉਂਦੇ ਆ। ਇਹ ਵੀ ਇੱਕ ਉਹਦਾ ਹਿੱਸਾ ਆ। ਬਹੁਤ ਸਾਲ ਬੀਤ ਗਏ ਆ। ਡਾਕਟਰ ਦਲਗੀਰ ਉੱਥੇ ਥੋੜਾ ਚਿਰ ਰਿਹਾ ਸੀਗਾ, ਇਤਿਹਾਸ ਬੋਰਡ ਦਾ ਡਾਇਰੈਕਟਰ। ਉਸ ਤੋਂ ਬਾਅਦ ਉਹਨੇ ਇੱਕ ਵਾਰੀ ਲਿਖਿਆ ਸੀ ਕਿ ਲੱਖਾਂ ਰੁਪਈਆਂ ਦਾ ਟੈਂਡਰ ਦਿੱਤਾ ਜਾਂਦਾ ਆਤਿਸ਼ਬਾਜ਼ੀ ਚਲਾਉਣ ਦਾ, ਪਰ ਚਲਦੀ ਕਿੰਨੀ ਆ, ਉਹਦੇ ਚੋਂ ਹਿੱਸਾ ਪੱਤੀ ਕਿੰਨੀ ਹੁੰਦੀ ਆ, ਇਹ ਵਾਹਿਗੁਰੂ ਉਹਨਾਂ ਨੂੰ ਸਮੱਤ ਬਖਸ਼ੇ। ਹੁਣ ਆਮ ਲੋਕਾਂ ਨੂੰ ਪਤਾ ਆ, ਆਪਾਂ ਨੂੰ ਇਹਦੇ ਬਾਰੇ ਚਰਚਾ ਕਰਨ ਦੀ ਲੋੜ ਨਹੀਂ। ਦਵਾਈ ਬਣਾਉਣ ਦਾ ਇੱਕ ਕਾਰਨ ਇਹ ਆ ਜੀ ਉੱਥੇ। ਜੀ ਸਰਬਜੀਤ ਸਿੰਘ ਜੀ, ਥੈਂਕ ਯੂ ਜੀ ਤੁਹਾਡਾ। ਤੇ ਅਸੀਂ ਫਿਰ ਕਿਸੇ ਟਾਈਮ ਕਿਸੇ ਹੋਰ ਖਾਸ ਤਿਉਹਾਰ ਦੇ ਉੱਤੇ ਤੇ ਤੁਹਾਡੇ ਕੋਲੋਂ ਫਿਰ ਅਸੀਂ ਜਾਣਕਾਰੀ ਜ਼ਰੂਰ ਲਵਾਂਗੇ। ਸੋ ਸਮੇਂ ਸਿਰ ਥੋੜਾ ਸਮਾਂ ਸਾਨੂੰ ਦਿੰਦੇ ਰਿਹਾ ਕਰੋ ਜੀ, ਤਾਂ ਕਿ ਸਾਡੇ ਪਰਿਵਾਰ ਸਾਂਝਾ ਟੀਵੀ ਦੇਖ ਰਹੇ ਕੁਝ ਜਾਣਕਾਰੀ ਪ੍ਰਾਪਤ ਕਰ ਸਕਣ। ਸੋ ਬਹੁਤ ਦਿਲੋਂ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ ਜੀ। ਹਾਂ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮੈਂ ਇੱਕ ਵਾਰੀ ਫੇਰ ਖਿਮਾ ਮੰਗਲਮਾ ਜਿਨ੍ਹਾਂ ਦਾ ਰਾਮ ਜੀ ਦੇ ਵਿੱਚ ਵਿਸ਼ਵਾਸ ਹੈ। ਸਾਡਾ ਕੋਈ ਉਹ ਮਕਸਦ ਨਹੀਂ ਸੀ, ਸਿਰਫ ਉਹ ਗੱਲ ਚੱਲਦੀ ਕਰਕੇ ਕੁਝ ਇਤਿਹਾਸਕ ਪੱਖ ਤੋਂ ਜਾਣਕਾਰੀ ਸਾਂਝੀ ਕੀਤੀ ਸੀਗੀ। ਜੇ ਕਿਸੇ ਦੇ ਮਨ ਨੂੰ ਉਹਨਾਂ ਠੇਸ ਪਹੁੰਚੀ ਹੋਵੇ ਤਾਂ ਮੈਂ ਖਿਮਾ ਮੰਗਦਾ ਜੀ। ਬਹੁਤ ਧੰਨਵਾਦ। ਥੈਂਕ ਯੂ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕੁਲਦੀਪ ਸਿੰਘ ਜੀ, ਮੈਨੂੰ ਲੱਗਦਾ ਤੁਸੀਂ 605 ਚ ਪਾਤਾ ਵੀ ਦੀਵਾਲੀ ਮਨਾਈਏ ਜਾਂ ਨਾ ਮਨਾਈਏ, ਕਿਉਂਕਿ ਅਕਤੂਬਰ 26 ਨੂੰ ਤਾਂ ਲੰਘ ਗਈ ਆ ਦੀਵਾਲੀ। ਨਹੀਂ ਜੀ, ਦੀਵਾਲੀ ਤਾਂ ਮਨਾ ਰਹੇ ਹਾਂ। ਅੱਛਾ, ਦੀਵਾਲੀ ਘਰ ਦੇ ਵਿੱਚ ਮਠਿਆਈ ਦੇ ਡੱਬੇ ਆਣੇ ਸ਼ੁਰੂ ਹੋ ਗਏ ਨੇ।
ਬੇਟੀ ਮੇਰੀ ਪੂਰੀਆਂ ਤਿਆਰੀਆਂ ਕਰ ਰਹੀ ਹੈ। ਉਹਦਾ ਕਾਰਨ ਇਹ ਹੈ ਕਿ ਆਪਾਂ ਇਤਿਹਾਸ ਤੇ ਮਿਥਿਹਾਸ ਵੱਲ ਨਹੀਂ ਜਾਣਾ ਇਹ ਕਿ ਸਾਡਾ ਇੱਕ ਟ੍ਰੈਡੀਸ਼ਨ ਹੈ। ਲੋਹੜੀ ਦਾ ਸਿੱਖ ਦਾ ਕੀ ਮਤਲਬ ਹੈ ਜੀ, ਲੈ ਸਕਦੇ ਆ, ਕਲਰ ਵੀ ਲੈ ਸਕਦੇ ਆ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਬੇਟਾ। ਜਿਹੜਾ ਕੈਲੰਡਰ ਦੀ ਗੱਲ ਆ ਨਾ, ਦੇਖੋ ਸਾਡੇ ਬਾਬਾ ਜੀ ਜਗਤ ਗੁਰੂ ਨੇ, ਜਗਤ ਗੁਰੂ ਜੀ। ਜਿਹੜਾ ਕੈਲੰਡਰ ਸਾਰੀ ਦੁਨੀਆ ਮੰਨਦੀ ਆ, ਸਾਨੂੰ ਉਹ ਮੰਨਣਾ ਚਾਹੀਦਾ। ਉਹਦੇ ਵਿੱਚ ਜਿੰਨੇ ਗੁਰਪੁਰਬ ਉਹਨਾਂ ਦੀਆਂ ਤਰੀਕਾਂ ਪੱਕੀਆਂ ਫਿਕਸ ਕਰਨੀਆਂ ਚਾਹੀਦੀਆਂ ਨੇ ਜੀ। ਜਿਹੜੇ ਪੂਰੇ ਵਾਲ ਨੇ ਕੈਲੰਡਰ ਬਣਾਇਆ, ਮੇਰਾ ਭੰਬਲ ਭੂਸਾ ਇਹ ਆਪਣੀ ਕੌਮ ਤਾਂ ਪਹਿਲਾਂ ਹੀ ਭੰਬਲ ਭੂਸੇ ਠੀਕ ਹੈ ਜੀ, ਥੈਂਕ ਯੂ ਵੈਰੀ ਮਚ, ਤੁਸੀਂ ਸਾਨੂੰ ਕਾਲ ਕੀਤੀ, ਥੈਂਕ ਯੂ ਜੀ। ਇਹ ਸਾਡੇ ਕਾਲਰ ਹਮੇਸ਼ਾ ਅਲਬਰਟਾ ਤੋਂ ਸਾਨੂੰ ਕਾਲ ਕਰਦੇ ਆ। ਅੱਛਾ, ਨਹੀਂ ਚੰਗੀ ਗੱਲ। ਔਰ ਇਹਨਾਂ ਦਾ ਆਪਣਾ ਸੋਚ ਹੁੰਦੀ ਹੈ, ਪਰ ਥੈਂਕ ਯੂ ਜੀ ਨਹੀਂ, ਤੁਹਾਡਾ ਪਰ ਫੋਨ ਇੱਕ ਗੱਲ ਹੈ, ਜਿਹੜਾ ਪਾਲ ਸਿੰਘ ਪੁਰੇਵਾਲ ਨੇ ਕੈਲੰਡਰ ਬਣਾਇਆ ਨਾ, ਉਹਦੇ ਵਿੱਚ ਡੇਟਾਂ ਫਿਕਸ ਕਰ ਦਿੱਤੀਆਂ ਨੇ ਤਾਂ ਜੋ ਤੁਹਾਨੂੰ ਚਿੰਤਾ ਇਹਨਾਂ ਦੇ। ਗੁਰੂ ਨਾਨਕ ਪਾਤਸ਼ਾਹ ਦਾ ਜੇ ਪੁਰਬ ਮਨਾਉਣਾ ਹੈ ਵਿਸਾਖੀ ਵਾਲੇ ਦਿਨ, ਜਿਸ ਦਿਨ ਖਾਲਸਾ ਸਾਜਨਾ ਦਿਵਸ ਹੈ, ਉਸੇ ਦਿਨ ਹੀ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਹੈ। ਕੱਤਕ ਕੇ ਵਿਸਾਖ, ਪਿਆਰਾ ਸਿੰਘ ਪਦਮ ਦੀ ਲਿਖੀ ਹੋਈ ਕਿਤਾਬ ਹੈ, ਮੈਂ ਬਹੁਤ ਧਿਆਨ ਨਾਲ ਪੜ੍ਹੀ। ਕਰ ਆਪਾਂ ਉਧਰ ਨਾ ਚੱਲੀਏ, ਦੀਵਾਲੀ ਵੱਲ ਵਾਪਸ ਆਈਏ। ਦੀਵਾਲੀ ਦੀਆਂ ਇੱਕ ਵਾਰੀ ਸਾਰਿਆਂ ਨੂੰ ਫਿਰ ਬਹੁਤ ਬਹੁਤ ਵਧਾਈਆਂ, ਮੁਬਾਰਕਾਂ। ਕਿਉਂਕਿ ਤੁਸੀਂ ਵੀ ਸੋਮਵਾਰ ਆਉਂਦੇ ਹੋਏ ਵਾਧੂ ਮਠਿਆਈ ਹੋਣੀ, ਇੱਥੇ ਲੈ ਆਇਓ ਸਟੂਡੀਓ 'ਚ, ਖਾਵਾਂਗੇ ਰਲ ਕੇ। ਹਾਂਜੀ, ਇਹ ਵੀ ਤੁਹਾਡੀ ਹੋਣੀ ਕਾਫੀ ਸਾਰੀ, ਕਿਉਂਕਿ ਮੈਂ ਤੇ ਮਨਾ ਕੀਤਾ ਵੀ ਭਾਈ ਮੇਰੇ ਘਰੇ ਨਾ ਦੇਣ ਆਇਓ ਕੋਈ ਵੀ। ਨਹੀਂ, ਜਿਹੜੀ ਮਠਿਆਈ ਆ ਰਹੀ ਹੈ ਨਾ, ਆਪ ਤਾਂ ਖਾਣੀ ਨਹੀਂ, ਆਪ ਤਾਂ ਖਾਣੀ ਨਹੀਂ। ਹਾਂਜੀ, ਗਾਂ ਵੰਡਣੀ ਹੈ। ਆਪ ਨਹੀਂ ਸ਼ੂਗਰ ਖਾਣੀ, ਗਾਂ ਦੇਣੀ ਵੀ ਆ ਲਓ ਤੁਸੀਂ ਖਾਓ। ਕਿਉਂਕਿ ਮੈਨੂੰ ਯਾਦ ਹੈ ਦੀਵਾਲੀ ਵਾਲੇ ਦਿਨ ਮਠਿਆਈਆਂ ਵੰਡਣੀਆਂ, ਤੋਹਫੇ ਇੱਕ ਦੂਜੇ ਨੂੰ ਦੇਣੇ, ਪਟਾਕੇ ਚਲਾਉਣੇ। ਇੱਕ ਬੜੀ ਵੱਡੀ ਚੀਜ਼ ਜਿਹੜੀ ਮੈਂ ਉਹਨਾਂ ਸਮਿਆਂ 'ਚ ਦੇਖਦਾ ਹੁੰਦਾ ਸੀ ਕਿ ਉਸ ਦਿਨ ਜੂਆ ਜ਼ਰੂਰ ਖੇਡੀਦਾ ਸੀ ਬਹੁਤ ਲੋਕ, ਤੇ ਦਰਵਾਜ਼ਾ ਵੀ ਕਹਿੰਦੇ ਖੁੱਲਾ ਰੱਖਦੇ, ਉੱਥੇ ਲక్ష్ਮੀ ਆਉਂਦੀ ਹੈ। ਹਾਂ, ਤੇ ਮੈਂ ਇੱਕ ਥੋੜਾ ਜਿਹਾ ਤੁਹਾਡੇ ਨਾਲ ਸੁਣਾ ਦਿਆਂ। ਸਾਡੇ ਰਿਸ਼ਤੇਦਾਰੀ 'ਚੋਂ ਇੱਕ ਮੁੰਡਾ ਸੀ, ਗਾਂ ਉਹਨਾਂ ਦਾ ਪ੍ਰਾਹੁਣਾ ਸੀ। ਉਹਦਾ ਕੰਮ ਕੀ ਸੀ ਕਿ ਦੀਵਾਲੀ ਵਾਲੇ ਦਿਨ ਉਹਨੂੰ ਸਾਰਾ ਪਰਿਵਾਰ ਲੱਭਣ ਤੇ ਲੱਗ ਜਾਂਦਾ ਸੀ। ਉਹਨੇ ਜਿੰਨੇ ਪੈਸੇ ਕਮਾਏ ਹੁੰਦੇ ਸੀ, ਦੀਵਾਲੀ ਵਾਲੇ ਦਿਨ ਜਾ ਕੇ ਉਹਨੇ ਜੂਆ ਖੇਡਣਾ ਹੁੰਦਾ ਸੀ। ਜੂਏ ਦੇ ਵਿੱਚੋਂ ਜਦੋਂ ਸਾਰਾ ਕੁਝ ਹਾਰ ਜਾਣਾ, ਫਿਰ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਘਰੇ ਆਉਣਾ। ਇਹ ਜਲੰਧਰ ਦੀ ਗੱਲ ਹੈ, ਬਿਲਕੁਲ ਮੈਂ ਖੁਦ ਉਸ ਬੰਦੇ ਨੂੰ ਵਿਟਨੈਸ ਕਰ ਸਕਦਾ। ਉਹਨੇ ਫਿਰ ਘਰੇ ਆਉਣਾ, ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਚੀਜ਼ ਲੱਭਣੀ ਘਰੋਂ ਉਹ ਲੈ ਜਾਣੀ। ਮਤਲਬ ਕਿ ਬੜਾ ਗਰੀਬ ਜਿਹਾ ਪਰਿਵਾਰ ਸੀ ਉਹ, ਗਾਂ ਉਹਨਾਂ ਦੀ ਰਿਸ਼ਤੇਦਾਰੀ 'ਚੋਂ ਸੀ। ਤੇ ਮੈਨੂੰ ਇੱਕ ਦਿਨ ਭੇਜਿਆ ਕਿ ਤੁਸੀਂ ਇਹਨੂੰ ਸਮਝਾਓ। ਮੈਂ ਉਹਨੂੰ ਸਮਝਾਇਆ, ਕਹਿੰਦਾ ਲక్ష్ਮੀ ਆਉਣੀ। ਮੈਂ ਕਿਹਾ ਲక్ష్ਮੀ ਤਾਂ ਤੁਹਾਡੀ ਸਾਰੀ ਗਈ, ਜਿੰਨੇ ਪੈਸੇ ਸੀ ਸਾਰੇ ਗਵਾਤੇ, ਸ਼ਰਾਬ ਪੀ ਕੇ ਤੂੰ ਘਰੇ ਆਇਆ, ਲੜਾਈ ਕੀਤੀ, ਬਹੁਤ ਕੁਝ ਕਲੇਸ਼ ਪੈਂਦਾ ਹੈ। ਉਸ ਦਿਨ ਲੋਕੀ ਇਸ ਬਹਾਨੇ ਦੇ ਵਿੱਚ ਹੋਇਆ ਕਿ ਉਹ ਵਿਅਕਤੀ ਸ਼ਰਾਬ ਦੀ ਉਹਨੂੰ ਇੰਨੀ ਕੁ ਲੱਤ ਲੱਗ ਗਈ, ਸ਼ਰਾਬ ਪੀ ਕੇ ਕੁਝ ਸਮੇਂ ਬਾਅਦ ਹੀ, ਕੁਝ ਦੀਵਾਲੀਆਂ ਦੇ ਬਾਅਦ ਹੀ ਮਰ ਗਿਆ। ਸੋ ਕਈ ਵਾਰੀ ਜਿਹੜੀਆਂ ਸਾਡੀਆਂ ਮਿੱਥਾਂ ਨੇ ਨਾ ਕਿ ਉਸ ਦਿਨ ਅਸੀਂ ਸ਼ਰਾਬ ਜ਼ਰੂਰ ਪੀਣੀ ਹੈ, ਉਸ ਦਿਨ ਅਸੀਂ ਜੂਆ ਜ਼ਰੂਰ ਖੇਡਣਾ, ਉਸ ਦਿਨ ਦਰਵਾਜ਼ਾ ਖੁੱਲ੍ਹਾ ਰੱਖਣਾ ਹੈ, ਪਰ ਪਤਾ ਬਾਅਦ 'ਚ ਲੱਗਦਾ ਖੁੱਲ੍ਹੇ ਦਰਵਾਜ਼ੇ ਦੇ ਲక్ష్ਮੀ ਤਾਂ ਆਉਂਦੇ ਨਹੀਂ। ਲక్ష్ਮੀ ਦਾ ਕੋਈ ਭਗਤ ਆ ਕੇ ਤੇ ਤੁਹਾਡੇ ਘਰ ਦੀ ਸਾਰੀ ਚੋਰੀ ਕਰਕੇ ਤੁਰਦਾ ਬਣਦਾ। ਸਵੇਰੇ ਪਤਾ ਲੱਗਦਾ ਕਿ ਅੱਜ ਦੀਵਾਲੀ ਮਨਾਈ ਗਈ। ਸੋ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਮੇਰਾ ਖਿਆਲ ਹੈ ਵੀ ਖੁਸ਼ੀਆਂ ਦੇ ਜਿਹੜੇ ਸਾਂਝੇ ਤਿਉਹਾਰ ਨੇ ਆਪਾਂ ਇਸੇ ਤਰ੍ਹਾਂ ਰਲ ਮਿਲ ਕੇ ਮਨਾਉਂਦੇ ਰਹੀਏ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਜੀ ਮੇਰੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ। ਇਹਨਾਂ ਤੋਂ ਪਹਿਲਾਂ ਜਸਵੀਰ ਸਿੰਘ ਪੱਟੀ ਤੇ ਸਰਬਜੀਤ ਸਿੰਘ ਸੈਕਰਾਮੈਂਟੋ ਹੋਣਾ ਨੇ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਤੇ ਇੱਕ ਵਾਰ ਫਿਰ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਦੀਆਂ ਗੱਲਾਂ ਜੋ ਇਤਿਹਾਸ ਦੇ ਵਿੱਚ ਲਿਖਿਆ ਗਿਆ, ਉਹਨਾਂ ਨੇ ਉਹੀ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ। ਪਰ ਫਿਰ ਵੀ ਜੇ ਕਿਸੇ ਹਿੰਦੂ ਵੀਰ ਭੈਣ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਤੇ ਉਸਦੀ ਅਸੀਂ ਮਾਫੀ ਚਾਹੁੰਦੇ ਹਾਂ। ਸਾਡਾ ਕੰਮ ਹੁੰਦਾ ਖਬਰਸਾਰ ਬਿਹਾਈਂਡ ਦਾ ਨਿਊਜ਼, ਕਿ ਹਰ ਇੱਕ ਗੱਲ ਦੇ ਪਿੱਛੇ ਤੱਥ ਕੀ ਆ ਉਹਨਾਂ ਨੂੰ ਕੱਢ ਕੇ ਤੁਹਾਡੇ ਤੱਕ ਲੈ ਕੇ ਆਉਣਾ। ਸੋ ਦੀਵਾਲੀ ਆ ਜੀ, ਜਿਹੜੇ ਮਨਾ ਰਹੇ ਹੈਗੇ ਆ, ਖੁਸ਼ੀਆਂ ਦਾ ਤਿਉਹਾਰ ਆ, ਪਰ ਮੇਕ ਸ਼ੋਰ ਕਿ ਤੁਸੀਂ ਆਪਣੇ ਪਰਿਵਾਰਾਂ 'ਚ ਰਹਿ ਕੇ ਹੀ ਦੀਵਾਲੀ ਮਨਾਇਓ, ਕਿਉਂਕਿ ਕੋਵਿਡ ਦਾ ਜਿਹੜਾ ਬਹੁਤ ਹੀ ਜ਼ਿਆਦਾ ਕੇਸਿਸ ਸਾਡੇ ਸਾਹਮਣੇ ਆ ਰਹੇ ਹੈਗੇ ਆ। ਸੋ ਕੋਸ਼ਿਸ਼ ਕਰੀਏ, ਜਿਵੇਂ ਰੌਸ ਗੁਰਦੁਆਰਾ ਸਾਹਿਬ ਉਹਨਾਂ ਨੇ ਜਿਹੜਾ ਕਰ ਦਿੱਤਾ ਹੈਗਾ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ 5 ਵਜੇ ਤੋਂ ਬਾਅਦ ਬੰਦ ਕਰ ਦੇਣਾ ਹੈ। ਸੋ ਰੌਸ ਸਟਰੀਟ ਤੇ ਜਿਹੜਾ ਗੁਰਦੁਆਰਾ ਸਾਹਿਬ ਆ, ਉੱਥੇ ਉਹਨਾਂ ਨੇ ਦੀਵਾਲੀ ਦੇ ਦੀਵੇ ਜਗਾਉਣ ਤੋਂ ਮਨਾ ਕੀਤਾ, ਕੋਵਿਡ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ। ਪੂਰੀ ਕਮੇਟੀ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ। ਸੋ ਇਹਦੇ ਕਰਕੇ ਅਸੀਂ ਆਓ ਇਸੇ ਤਰ੍ਹਾਂ ਦੇ ਫੈਸਲੇ ਲਈਏ। ਜੇ ਸਾਡੇ ਦਿਲ ਦੇ ਵਿੱਚ ਸ਼ਰਧਾ ਆ, ਅਸੀਂ ਆਪਣੇ ਘਰ ਬੈਠੀਏ, ਪਰਿਵਾਰਾਂ ਦੇ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਘਰੇ ਹੀ ਆਪਣੇ ਇਸ਼ਟ ਨੂੰ ਯਾਦ ਕਰਕੇ, ਆਪਣੇ ਗੁਰੂ ਨੂੰ ਯਾਦ ਕਰਕੇ ਘਰੇ ਹੀ ਅਸੀਂ ਆਪਣੇ ਦੀਵਾ ਬਾਲ ਲਈਏ ਤੇ ਸੁੱਖ ਮੰਗੀਏ ਸਰਬੱਤ ਦੀ। ਜਿਹੜੇ ਸਾਡੇ ਕਿਸਾਨ ਵੀਰ ਸੰਘਰਸ਼ ਦੇ ਉੱਤੇ ਬੈਠੇ ਨੇ, ਪਰਿਵਾਰਾਂ ਤੋਂ ਦੂਰ ਬੈਠੇ ਨੇ, ਆਪਣੇ ਹੱਕਾਂ ਲਈ ਲੜ ਰਹੇ ਨੇ, ਆਓ ਅਸੀਂ ਦੁਆ ਕਰੀਏ
ਦੀਵੇ ਦੀ ਰੋਸ਼ਨੀ ਵਾਂਗ ਉਹਨਾਂ ਦੇ ਜੀਵਨ ਦੇ ਵਿੱਚ ਵੀ ਰੋਸ਼ਨੀ ਆਵੇ, ਉਹਨਾਂ ਦੀਆਂ ਵੀ ਮੰਗਾਂ ਮੰਨੀਆਂ ਜਾਣ, ਆਪੋ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ਹਾਲ ਰਹਿਣ, ਸਾਡਾ ਪੰਜਾਬ ਇਸੇ ਤਰ੍ਹਾਂ ਹੀ ਹੱਸਦਾ ਵਸਦਾ ਰਵੇ। ਸੋ ਸਰਬੱਤ ਦੇ ਭਲੇ ਲਈ ਦੀਵਾ ਬਾਲ ਕੇ ਅਰਦਾਸ ਕਰੀਏ। ਸੋ ਕੱਲ ਲਾਈਵ ਔਨ 에ਅਰ ਹੈ ਜੀ ਸੁਖੀ ਬਾਠ ਮੋਟਰਸ ਤੇ ਉੱਥੇ ਤੁਹਾਨੂੰ ਸਾਂਝੇ ਦੀ ਟੀਮ ਮਿਲੂਗੀ। ਸੇਮ ਇੱਥੇ ਵੀ ਮੈਸੇਜ ਦੇਣਾ ਚਾਹਾਂਗੀ ਕਿ ਕੋਵਿਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਉੱਥੇ ਆ ਸਕਦੇ ਹੋ। ਮਾਸਕ ਤੇ ਸੈਨੀਟਾਈਜ਼ਰ ਦਾ ਉੱਥੇ ਪ੍ਰਬੰਧ ਹੋਵੇਗਾ। ਸੋ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਨੂੰ ਮਿਲਾਂਗੀ ਜੀ ਕੱਲ ਸੁਖੀ ਬਾਠ ਮੋਟਰਸ ਤੇ ਸੋਮਵਾਰ ਫਿਰ ਸਵੇਰੇ 10 ਵਜੇ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਤੁਸੀਂ ਰੱਖਿਓ ਖਿਆਲ। ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਹੈਪੀ ਦੀਵਾਲੀ, ਹੈਪੀ ਬੰਦੀ ਛੋੜ ਦਿਵਸ, ਬਹੁਤ ਬਹੁਤ ਵਧਾਈਆਂ। ਖੁਸ਼ ਰਹੋ, ਆਬਾਦ ਰਹੋ। ਅਗਲੀ ਵਾਰ ਤੱਕ ਮੇਰਾ ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ।